ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਸਭ ਦਾ ਸਵਾਗਤ ਹੈ ਜੀ। 124 ਦਿਨ ਹੋ ਗਏ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਅਸੀਂ ਤਕਰੀਬਨ 450 ਪਰਿਵਾਰ ਹੈ ਜਿਹੜਾ ਉਹ ਜੁੜਦੇ ਆ, ਕਦੇ 500 ਵੀ ਹੋ ਜਾਂਦਾ ਹੈ। ਤੇ ਵਾਹਿਗੁਰੂ ਦੀ ਕਿਰਪਾ ਸਦਕਾ ਹਰ ਰੋਜ਼ ਗੁਰੂ ਦੀ ਸੰਗਤ ਬਖਸ਼ਿਸ਼ ਹੁੰਦੀ ਹੈ। ਸੋ ਅੱਜ ਵੀ ਸਭ ਦਾ ਸਵਾਗਤ ਹੈ ਜੀ। ਆਓ ਜਾਪ ਦੇ ਨਾਲ ਜੁੜਨਾ ਕਰੀਏ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਨੇ ਹਰਪ੍ਰੀਤ ਕੌਰ ਜੀ, ਆਨੰਦਪੁਰ ਤਰਨ ਤਾਰਨ ਤੋਂ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। एक ਹਾਂਜੀ ਬੇਟਾ ਸ਼ੁਰੂ ਕਰੋ ਜੀ। ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहेगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ 2-3 ਵਾਰੀ ਆਪਣੇ ਆਪ ਆ ਜਾਂਦੀ ਹੈ ਸਿਮਰਨ ਜਾਪ ਕਰਾਉਣ। ਸੋ ਬਹੁਤ ਬਹੁਤ ਧੰਨਵਾਦ ਜੀ ਬੇਟਾ ਜੀ। ਸ਼ਾਇਦ ਤੁਸੀਂ ਬੋਲੇ ਹੋ, ਛੋਟੇ ਬੱਚੇ ਏਦਾਂ ਕਰਦੇ ਆ। ਨਿਰਵੈਰ ਨਿਰਵੈਲ ਕਹਿੰਦੀ ਹੈ ਕੋਈ ਗੱਲ ਨਹੀਂ ਬੇਟਾ, ਗਲਤੀ ਆਪਣੀ ਸੁਧਾਰੀ ਜਾ ਸਕਦੀ ਹੈ। ਆਪਾਂ ਹਰ ਰੋਜ਼ ਜੁੜਦੇ ਆ ਤਾਂ ਹੌਲੀ ਹੌਲੀ ਇਹ ਬੋਲਣਾ ਸਿੱਖੀਏ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਜ ਦੀ ਕੀਰਤਨ ਦੀ ਸੇਵਾ ਲੈ ਰਹੇ ਜੀ ਨੂਰ ਕਮਲ ਕੌਰ ਜੀ, ਨੂਰ ਕਮਲ ਕੌਰ ਜੀ, ਜਿਨ੍ਹਾਂ ਦਾ EPP ਨੰਬਰ 12347 ਜ਼ੋਨ ਮਾਨਸਾ ਜੀ। ਨੂਰ ਕਮਲ ਕੌਰ ਜੀ ਆਪਣੀ ਵੀਡੀਓ ਔਨ ਕਰੋ। ਹਾਂਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ੁਰੂ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ ਨੂਰ ਕਮਲ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ। ਬੜੀ ਪਿਆਰੀ ਆਵਾਜ਼ ਦੇ ਵਿੱਚ ਸ਼ਬਦ ਕੀਰਤਨ ਕਰਵਾਇਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਬਹੁਤ ਬਹੁਤ ਧੰਨਵਾਦ ਜੀ। ਅੱਜ ਸਾਡੇ ਨਾਲ ਜੁੜ ਚੁੱਕੇ ਹਨ ਭਾਈ ਅਮਰਜੀਤ ਸਿੰਘ ਜੀ ਮੰਗੇਵਾਲ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਗੁਰਬਾਣੀ ਦੀ ਸਮਝ ਅਤੇ ਵਿਕਾਸ। ਵੀਰ ਜੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ। ਭਾਈ ਅਮਰਜੀਤ ਸਿੰਘ ਜੀ ਮੰਗੇਵਾਲ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ ਬੱਚੇ ਜਿੰਨੇ ਵੀ ਤੁਸੀਂ ਤਕਰੀਬਨ ਰੋਜ਼ਾਨਾ ਗੁਰੂ ਨਾਨਕ ਮਲਟੀਵਰਸਿਟੀ ਦੇ ਉਪਰਾਲੇ ਸਦਕਾ ਜ਼ੂਮ ਐਪ ਦੇ ਜ਼ਰੀਏ ਜੁੜਦੇ ਹੋ, ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਚਾਰ ਕਰਨੀ ਆ ਕਿ ਸਾਡੀ ਜ਼ਿੰਦਗੀ ਦੇ ਅੰਦਰ ਆਤਮ ਵਿਸ਼ਵਾਸ ਦਾ ਹੋਣਾ ਬੜਾ ਲਾਜ਼ਮੀ ਆ, ਬੜਾ ਜ਼ਰੂਰੀ ਆ। ਕਿਉਂਕਿ ਆਤਮ ਵਿਸ਼ਵਾਸ ਤੋਂ ਬਿਨਾਂ ਅਸੀਂ ਕਦੇ ਵੀ ਮਾਨਸਿਕ ਵਿਕਾਸ ਨਹੀਂ ਕਰ ਸਕਦੇ, ਖੁਦ ਦਾ ਵਿਕਾਸ ਨਹੀਂ ਕਰ ਸਕਦੇ। ਉਹ ਜਿਸ ਦਿਨ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ, ਉਸ ਦਿਨ ਆਪਾਂ ਇਹ ਟੌਪਿਕ ਸੀ ਜਿਹੜਾ ਇਹਦੇ ਤੇ ਵਿਚਾਰ ਕਰ ਰਹੇ ਸੀ ਤੇ ਸ਼ੁਰੂਆਤ ਕੀਤੀ ਸੀ ਗੁਰੂ ਇਤਿਹਾਸ ਦੇ ਵਿੱਚੋਂ ਕਿ ਆਤਮ ਵਿਸ਼ਵਾਸ ਦੇ ਲਈ, ਸਵੈ ਵਿਸ਼ਵਾਸ ਦੇ ਲਈ ਸਵੈ ਇੱਛਾ ਦਾ ਹੋਣਾ ਬੜਾ ਲਾਜ਼ਮੀ ਆ। ਕਿਉਂਕਿ ਜੇਕਰ ਸਾਡੇ ਆਪਣੇ ਅੰਦਰ ਕੁਝ ਨਾ ਕੁਝ ਕਰਨ ਦੀ ਸਮਰੱਥਾ ਨਹੀਂ ਹੈ ਨਾ, ਤਾਂ ਸਾਡੇ ਅੰਦਰ ਕਦੇ ਵਿਸ਼ਵਾਸ ਬਣ ਹੀ ਨਹੀਂ ਸਕਦਾ। ਗੁਰੂ ਰਾਮਦਾਸ ਜੀ ਨੇ ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਰਵਰਿਸ਼ ਕੀਤੀ ਆ, ਉਹ ਪ੍ਰਿਥੀ ਚੰਦ ਸੂਰਜਮਲ ਦੀ ਪਰਵਰਿਸ਼ ਵੀ ਕੀਤੀ। ਜਿੱਦਾਂ ਗੁਰੂ ਅਰਜਨ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦੀ ਗੋਦੀ 'ਚ ਖੇਡੇ ਹੋਣੇ, ਇਸੇ ਤਰ੍ਹਾਂ ਸੂਰਜਮਲ ਤੇ ਪ੍ਰਿਥੀ ਚੰਦ ਵੀ ਖੇਡੇ ਹੋਣੇ, ਕਿਉਂਕਿ ਉਹਨਾਂ ਦੇ ਪੁੱਤਰ ਆ। ਉਹਨਾਂ ਨੂੰ ਜੋ ਗਿਆਨ ਵੰਡਿਆ ਜਾ ਰਿਹਾ ਸੀ ਗੁਰੂ ਰਾਮਦਾਸ ਜੀ ਦੁਆਰਾ, ਉਹ ਕੇਵਲ ਤੇ ਕੇਵਲ ਗੁਰੂ ਅਰਜਨ ਸਾਹਿਬ ਨੇ ਲਿਆ। ਕਾਰਨ ਕਿਉਂਕਿ ਉਹਨਾਂ ਦੀ ਇੱਛਾ ਸੀ ਕਿ ਅਸੀਂ ਇਸ ਗਿਆਨ ਨੂੰ ਪ੍ਰਾਪਤ ਕਰਨਾ, ਜ਼ਿੰਦਗੀ ਦੇ ਅੰਦਰ ਪ੍ਰੈਕਟੀਕਲੀ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ। ਤੇ ਜੇਕਰ ਸੂਰਜਮਲ ਦੀ ਜਾਂ ਪ੍ਰਿਥੀ ਚੰਦ ਦੀ ਇੱਛਾ ਨਹੀਂ ਸੀ ਤਾਂ ਉਹ ਗੁਰੂ ਰਾਮਦਾਸ ਜੀ ਕੋਲੋਂ ਕੁਝ ਪ੍ਰਾਪਤ ਨਹੀਂ ਕਰ ਸਕੇ। ਜਿਵੇਂ ਉਦਾਹਰਨ ਦੇ ਤੌਰ ਤੇ ਸਮਝੀਏ, ਟੀਚਰ ਜਿੰਨਾ ਮਰਜ਼ੀ ਕੁਆਲੀਫਾਈਡ ਹੋਵੇ, ਜੇਕਰ ਬੱਚੇ ਦੇ ਅੰਦਰ ਸਿੱਖਣ ਦੀ ਇੱਛਾ ਨਹੀਂ, ਨਾ ਕੁਝ ਸਮਝਣ ਦੀ ਇੱਛਾ ਨਹੀਂ ਹੈ, ਤਾਂ ਕੁਆਲੀਫਾਈਡ ਟੀਚਰ ਵੀ ਕੁਝ ਨਹੀਂ ਕਰ ਸਕਦਾ। ਟੀਚਰ ਤੋਂ ਵੀ ਪਹਿਲਾਂ ਸਾਡੀ ਖੁਦ ਦੀ ਇੱਛਾ ਹੋਣੀ ਚਾਹੀਦੀ ਹੈ ਵੀ ਹਾਂ ਮੈਂ ਕੁਝ ਸਿੱਖਣਾ ਚਾਹੁੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਆਖਿਆ ਨਾ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਏ ਫੂਕ। ਕਹਿੰਦੇ ਪੂਰਾ ਗੁਰੂ ਵੀ ਕੀ ਕਰ ਸਕਦਾ ਜੇਕਰ ਸਿੱਖਿਆ ਲੈਣ ਵਾਲਾ, ਭਾਵ ਜੋ ਸਿੱਖਿਆਰਥੀ ਹੈ, ਉਹ ਸਿੱਖਿਆਰਥੀ ਹੀ ਸਿੱਖਣਾ ਨਹੀਂ ਚਾਹੁੰਦਾ। ਤੇ ਅੱਜ ਦੇ ਸਮੇਂ ਦੇ ਵਿੱਚ ਸਾਡੀ ਸਿੱਖਾਂ ਦੀ ਜਿਹੜੀ ਮਾਨਸਿਕ ਦਸ਼ਾ ਹੈ ਨਾ, ਉਹ ਇਹੋ ਬਣੀ ਹੋਈ ਆ। ਅਸਲ ਦੇ ਵਿੱਚ ਖੁਦ ਦਾ ਵਿਸ਼ਵਾਸ ਹੈ ਜਿਹੜਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਹੈ ਨਹੀਂ, ਤੇ ਸਾਡੀ ਸਵੈ ਇੱਛਾ ਨਹੀਂ ਬਦਲਣ ਦੀ। ਅਸੀਂ ਆਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਜਣ ਠੱਗ ਨੂੰ ਬਦਲ ਕੇ ਭਾਈ ਸੱਜਣ ਬਣਾਇਆ, ਭੂਮੀਏ ਚੋਰ ਨੂੰ ਬਦਲ ਕੇ ਭਾਈ ਭੂਮੀਆ ਬਣਾ ਦਿੱਤਾ। ਉਹ ਬਦਲਾਅ ਕੇਵਲ ਭੇਖ ਦਾ ਨਹੀਂ ਸੀ, ਉਹ ਬਦਲਾਅ ਇਸ ਕਰਕੇ ਨਹੀਂ ਸੀ ਕਿ ਸਿਰਫ ਉਹਨਾਂ ਨੇ ਕੱਪੜੇ ਬਦਲ ਲਏ, ਬਾਣਾ ਬਦਲ ਗਿਆ ਤੇ ਉਹ ਚੰਗੇ ਬਣ ਗਏ। ਇਹ ਬਦਲ ਉਹ ਇਸ ਕਰਕੇ ਬਦਲੇ ਕਿਉਂਕਿ ਉਹ ਖੁਦ ਬਦਲਣਾ ਚਾਹੁੰਦੇ ਸੀ, ਬਦਲਾਅ ਲੈ ਕੇ ਆਉਣਾ ਚਾਹੁੰਦੇ ਸੀ। ਤੇ ਪਿਆਰੇ ਵਾਹਿਗੁਰੂ ਜੀ, ਥੋੜੀ ਪ੍ਰੋਬਲਮ ਆ ਰਹੀ ਆਵਾਜ਼ ਦੀ ਵੀਰ ਜੀ, ਤੇ ਕੱਟ ਕੇ ਜੇ ਆ ਰਹੀ ਥੋੜਾ ਜਿਹਾ,
ਜਾਂ ਤਾਂ ਵੀਡੀਓ ਬੰਦ ਕਰਕੇ ਹੀ ਦੇਖ ਲੈਂਦੇ ਆ ਨਾ, ਵੀਡੀਓ ਬੰਦ ਕਰਕੇ ਹੀ ਬੋਲੋ। ਵੀਡੀਓ ਬੰਦ ਕਰ ਦਿੰਦੇ ਹਾਂ ਹਾਂਜੀ, ਜੀ, ਵੀਡੀਓ ਬੰਦ ਹੈ ਜੀ। ਮੈਸੇਜ ਵੀ ਆ ਹਾਂਜੀ, ਰਹੇ ਨੇ ਹੁਣ ਬੱਚਿਆਂ ਆਵਾਜ਼ ਦੇ। ਆ ਰਹੀ ਸੀ? ਬੱਚੇ ਦੱਸ ਦਿਓ ਜੀ ਇੱਕ ਵਾਰ, ਹੁਣ ਆਵਾਜ਼ ਆ ਰਹੀ ਸਹੀ? ਹਾਂਜੀ ਹਾਂਜੀ, ਧਿਆਨ ਹਾਂਜੀ ਦਿਓ ਜੀ। ਤੇ ਭੂਮੀਆ ਚੋਰ ਜਾਂ ਸਰਜਨ ਠੱਗ ਇਸ ਕਰਕੇ ਬਦਲਿਆ ਕਿਉਂਕਿ ਉਹਨਾਂ ਦੇ ਅੰਦਰ ਦਾ ਇੱਕ ਪੋਟੈਂਸ਼ੀਅਲ ਸੀ, ਉਹ ਬਦਲਣਾ ਚਾਹੁੰਦੇ ਸੀ, ਖੁਦ ਨੂੰ ਚੇਂਜ ਕਰਨਾ ਚਾਹੁੰਦੇ ਸੀ। ਗੁਰਬਾਣੀ ਨੂੰ ਅਸੀਂ ਨਿੱਤਾ ਪ੍ਰਤੀ ਪੜ੍ਹਦੇ ਹਾਂ, ਸਹਿਜ ਪਾਠ ਕਰਨ ਵਾਲੇ ਸਾਰੇ ਸਿਖਿਆਰਥੀ ਤੁਹਾਡੇ ਵਿੱਚ ਬੈਠੇ ਆ। ਜੇ ਆਪਾਂ ਵਿਚਾਰ ਕਰੀਏ ਕਿ ਗੁਰਬਾਣੀ ਦੇ ਅੰਦਰ ਸਭ ਤੋਂ ਜ਼ਿਆਦਾ ਵਾਰ ਕਿਹੜਾ ਲਫ਼ਜ਼ ਆਇਆ, ਸਭ ਤੋਂ ਜ਼ਿਆਦਾ ਵਾਰ, ਤਾਂ ਤਕਰੀਬਨ ਰਹਾਉ ਦਾ ਸ਼ਬਦ ਹੈ ਜਿਹੜਾ ਬਹੁਤਾਂਤ ਵਾਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਵਰਤਿਆ। ਵਾਰ-ਵਾਰ ਗੁਰੂ ਸਾਹਿਬ ਜੀ ਨੇ ਰਹਾਉ, ਰਹਾਉ ਦਾ ਅੱਖਰੀ ਅਰਥ ਹੈ ਪਿਆਰਿਓ ਟਿਕਾਓ, ਟਿਕ ਜਾਣਾ, ਸਥਿਰ ਹੋ ਜਾਣਾ, ਠਹਿਰ ਜਾਣਾ। ਤੇ ਇੱਕ ਸੰਕੇਤਕ ਅਸਾਰ ਹੈ। ਜੇ ਅਸੀਂ ਇੰਨੀ ਗੱਲ ਵੀ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ ਨਾ, ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਰਹਾਉ, ਹਰ ਇੱਕ ਸ਼ਬਦ ਦੇ ਅੰਦਰ ਰਹਾਉ ਦੀ ਇੱਕ ਤੁਕ ਹੈ, ਜੋ ਉਸ ਸ਼ਬਦ ਦਾ ਇੱਕ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ। ਕਿਤੇ ਗੁਰੂ ਸਾਹਿਬ ਜੀ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਵੀ ਜ਼ਿੰਦਗੀ ਦੇ ਅੰਦਰ ਜੇ ਅਸੀਂ ਸੰਕੇਤਕ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ ਕਿ ਜਦੋਂ ਵੀ ਸਿੱਖਾ ਕੋਈ ਫੈਸਲਾ ਲੈਣਾ ਹੈ ਨਾ ਜ਼ਿੰਦਗੀ 'ਚ, ਤਾਂ ਇੱਕ ਵਾਰ ਟਿਕ ਕੇ, ਰੁਕ ਕੇ ਵਿਚਾਰ ਕਰ ਲਈ ਕਿ ਇਸ ਫੈਸਲੇ ਦੇ ਨਾਲ ਤੇਰਾ, ਤੇਰੇ ਪਰਿਵਾਰ ਦਾ ਤੇ ਸਮਾਜ ਦਾ ਹਾਲ ਕੀ ਹੋਏਗਾ, ਉਹਦਾ ਰਿਜ਼ਲਟ ਕੀ ਆਉਣਾ ਹੈ, ਆਊਟਪੁੱਟ ਕੀ ਹੈ। ਤੇ ਜੇਕਰ ਅਸੀਂ ਏਦਾਂ ਡੂੰਘਾਈ ਦੇ ਨਾਲ ਦੇਖਣ ਲੱਗ ਜਾਈਏ ਨਾ, ਹਰ ਇੱਕ ਫੈਸਲੇ ਨੂੰ ਰਹਾਉ ਦੇ ਨਾਲ ਟਿਕ ਕੇ, ਸਥਿਰ ਹੋ ਕੇ ਬਾਚੀਏ, ਤਾਂ ਸਾਡੇ ਆਤਮ ਵਿਸ਼ਵਾਸ ਦੇ ਅੰਦਰ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ। ਅਸੀਂ ਖੁਦ ਨੂੰ ਸਮਝਣ ਲੱਗ ਜਾਂਦੇ, ਖੁਦ ਦੇ ਨਾਲ ਸਾਡੀ ਇੱਕ ਰਿਲੇਸ਼ਨਸ਼ਿਪ ਜਿਹੜੀ ਸਥਾਪਿਤ ਹੋ ਜਾਂਦੀ ਆ। ਇੱਕ ਬੱਚਾ ਘਰ ਦੇ ਵਿੱਚ ਲੜਿਆ, ਲੜਾਈ ਕੀਤੀ, ਝਗੜਿਆ, ਤੇ ਝਗੜੇ ਤੋਂ ਬਾਅਦ ਤੁਰੰਤ ਉਹਨੇ ਕੋਈ ਏਦਾਂ ਦਾ ਸਟੈਪ ਲੈ ਲਿਆ, ਏਦਾਂ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਉਹ ਆਪ ਵੀ ਦੁਖੀ ਹੋਇਆ ਤੇ ਉਹਦਾ ਪਰਿਵਾਰ ਵੀ ਦੁਖੀ ਹੋਇਆ। ਤੇ ਆਮ ਤੌਰ ਸਕੂਲ ਦੇ ਜਿਹੜੇ ਬੱਚੇ ਆ, ਸਕੂਲਾਂ ਦੇ ਵਿੱਚ ਉਹ ਜ਼ਿਆਦਾਤਰ ਮਾਂ-ਬਾਪ ਨਾਲ ਬਹੁਤ ਝਗੜਦੇ ਆ, ਹੈਨਾ। ਘਰ ਦੇ ਵਿੱਚ ਲੜਾਈ ਹੋ ਗਈ, ਕਿੰਨੀਆਂ ਅੱਜ ਘਟਨਾਵਾਂ ਨੇ ਸਾਡੇ ਦੇਸ਼ ਦੇ ਵਿੱਚ, ਕਿਸੇ ਨੇ ਆਤਮ ਹੱਤਿਆ ਕਰ ਲਈ, ਸੁਸਾਈਡ ਹੋ ਗਈ, ਹੈ ਨਾ। ਬਹੁਤ ਲੋਕ ਨੇ ਜਿਹੜੇ ਸਪਰੇਹਾਂ ਪੀ ਕੇ ਮਰ ਜਾਂਦੇ ਆ, ਬਹੁਤ ਲੋਕ ਨੇ ਟ੍ਰੇਨ ਦੇ ਥੱਲੇ ਆ ਕੇ ਆਪਣੀ ਜਾਨ ਦੇ ਦਿੰਦੇ ਆ। ਅਸਲ ਦੇ ਵਿੱਚ ਉਹ ਉਹਨਾਂ ਫੈਸਲਿਆਂ ਦੇ ਵਿੱਚ ਰਹਾਉ ਨਹੀਂ ਹੈ, ਉਹਨਾਂ ਫੈਸਲਿਆਂ ਦੇ ਵਿੱਚ ਟਿਕਾਊ ਨਹੀਂ ਹੈ। ਉਹ ਜਲਦਬਾਜ਼ੀ 'ਚ ਇਮੋਸ਼ਨਲ ਹੋ ਕੇ ਲੈ ਗਏ ਫੈਸਲੇ ਆ। ਇਹੋ ਜਿਹੇ ਫੈਸਲੇ ਕਦੇ ਵੀ ਆਤਮ ਚਿੰਤਨ ਦੇ ਵਿੱਚੋਂ, ਆਤਮ ਵਿਸ਼ਵਾਸ ਦੇ ਵਿੱਚੋਂ ਨਹੀਂ ਨਿਕਲਦੇ। ਤੇ ਰਹਾਉ ਦੀ ਤੁਕ ਦੇ ਵਿੱਚੋਂ ਜੇ ਅਸੀਂ ਇੰਨਾ ਹੀ ਸਮਝ ਲਈਏ ਗੁਰਬਾਣੀ ਦੇ ਰਹਾਉ ਨੂੰ ਆਪਣੀ ਜ਼ਿੰਦਗੀ 'ਚ ਸੰਕੇਤਕ ਇੰਨਾ ਕੁ ਲਾਗੂ ਕਰ ਲਈਏ ਵੀ ਅਸੀਂ ਜਦੋਂ ਵੀ ਕੋਈ ਵੱਡਾ ਫੈਸਲਾ ਕਰਨਾ, ਤਾਂ ਆਪਣੀ ਜ਼ਿੰਮੇਵਾਰੀ ਨੂੰ, ਆਪਣੇ ਫਰਜ਼ਾਂ ਨੂੰ ਸਮਝ ਕੇ, ਟਿਕ ਕੇ, ਵਿਚਾਰ ਕੇ ਅੱਗੇ ਚੱਲਣਾ ਕਿ ਇਹਦਾ ਨੁਕਸਾਨ ਕੀ ਆ ਤੇ ਇਹਦਾ ਫਾਇਦਾ ਕੀ ਆ, ਇਹਦੇ ਨਾਲ ਮੈਨੂੰ ਹਾਸਲ ਕੀ ਹੋ ਸਕਦਾ, ਇਹਦੀ ਆਊਟਪੁੱਟ ਕੀ। ਤੇ ਬਹੁਤ ਵਾਰ ਅਸੀਂ ਗੁੱਸੇ ਦੇ ਵਿੱਚ ਏਦਾਂ ਦੇ ਫੈਸਲੇ ਲੈ ਲੈਂਦੇ ਆ ਜਿਹਦੇ ਨਾਲ ਸਾਡੇ ਪਰਿਵਾਰ ਨੂੰ, ਖੁਦ ਨੂੰ ਤੇ ਸਮਾਜ ਨੂੰ ਬੜਾ ਗਲਤ ਵਰਤਾਰੇ ਚੋਂ ਨਿਕਲਣਾ ਪੈਂਦਾ। ਜਿਵੇਂ ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ, ਅੱਜ ਕੱਲ੍ਹ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ, ਦੱਸਿਓ ਜੀ ਬੱਚਿਓ, ਦੱਸਿਓ ਇੱਕ ਵਾਰ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਹਾਂਜੀ, ਮੈਂ ਗੱਲ ਕਰ ਰਿਹਾ ਸੀ ਸਕੂਲਾਂ ਕਾਲਜਾਂ ਦੇ ਵਿੱਚ ਜਿੱਦਾਂ ਦਾ ਮਾਹੌਲ ਆ, ਸਪੋਜ਼ ਕਰੋ ਵੀ ਕੋਈ ਇੱਕ ਬੱਚੀ ਕੋਈ ਗਲਤ ਸਟੈਪ ਲੈ ਲੈਂਦੀ ਆ, ਸਮਾਜ ਦੇ ਅੰਦਰ ਕੁਝ ਇਦਾਂ ਦਾ ਕਰ ਲੈਂਦੀ ਹੈ ਜੋ ਉਹਦੇ ਕਰੈਕਟਰ ਦੇ ਪ੍ਰਤੀ, ਆਚਰਣ ਦੇ ਪ੍ਰਤੀ ਬੜਾ ਗਲਤ ਆ, ਜਿਸ ਨੂੰ ਗੁਰਮਤ, ਜਿਸ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ। ਹੁਣ ਫੈਸਲਾ ਇੱਕ ਦਾ, ਪਰ ਉਹ ਇੱਕ ਦਾ ਚੁੱਕਿਆ ਹੋਇਆ ਗਲਤ ਸਟੈਪ ਬਾਕੀ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦਾ। ਹੁਣ ਇੱਕ ਧੀ ਪਿੰਡ ਤੋਂ ਸ਼ਹਿਰ ਪੜ੍ਹਨ ਲੱਗੀ ਆ, ਤੇ ਉਹਨੇ ਕੋਈ ਇਦਾਂ ਦਾ ਗਲਤ ਸਟੈਪ ਚੁੱਕ ਲਿਆ, ਕੋਈ ਕਰੈਕਟਰਲੈਸ ਸਟੈਪ ਚੁੱਕਿਆ, ਤਾਂ ਬਾਅਦ ਦੇ ਵਿੱਚ ਜਦੋਂ ਕੋਈ ਹੋਰ ਧੀ ਪਿੰਡ ਤੋਂ ਸ਼ਹਿਰ ਜਾਣਾ ਚਾਹੇਗੀ, ਤਾਂ ਉਹਦੇ ਰਾਹ ਦੇ ਵਿੱਚ ਕੰਡੇ ਬੀਜੇ ਜਾਂਦੇ ਆ। ਕੀਤਾ ਇੱਕ ਨੇ ਸੀ,
ਪਰ ਉਹ ਇੱਕ ਦਾ ਫੈਸਲਾ ਸਾਰਿਆਂ ਤੇ ਲਾਗੂ ਹੋ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਫੈਸਲਾ ਲੈਂਦੇ ਹਾਂ ਨਾ ਬੱਚਿਓ, ਤਾਂ ਇੱਕ ਵਾਰ ਰਹਾਓ ਦੇ ਨਾਲ, ਮਤਲਬ ਟਿਕ ਕੇ ਵਿਚਾਰ ਕੇ ਦੇਖੀਏ ਵੀ ਇਹਦਾ ਸਮਾਜ ਤੇ ਕੀ ਅਸਰ ਪੈਣਾ। ਜੋ ਸਟੈਪ ਮੈਂ ਲੈ ਰਿਹਾ ਨਾ ਅੱਜ, ਇਹਦਾ ਸਮਾਜ ਤੇ ਕੀ ਅਸਰ ਹੋਣਾ। ਦੇਖਿਓ ਸਾਡਾ ਆਤਮ ਵਿਸ਼ਵਾਸ ਕਿੰਨਾ ਵਧਣਾ, ਕਿੰਨਾ ਸਟਰੋਂਗ ਹੋਣਾ। ਕਿਉਂਕਿ ਜੇ ਅਸੀਂ ਕੰਫੀਡੈਂਟ ਨਾ ਖੁਦ ਦੀਆਂ ਨਜ਼ਰਾਂ ਚ ਖੁਦ ਹੀ ਪ੍ਰਵਾਨ ਨਾ ਹੋਏ, ਜਿਹਨੂੰ ਅਸੀਂ ਰੱਬ ਦੀਆਂ ਨਜ਼ਰਾਂ ਚ ਪ੍ਰਵਾਨ ਹੋਣਾ ਕਹਿੰਦੇ ਆ। ਐਸੋ ਆਰਾਮ, ਪੈਸਾ, ਸ਼ੌਹਰਤ, ਨਾਮ, ਨੇਮ, ਫੇਮ, ਇਹ ਸਭ ਕੁਝ ਜ਼ੀਰੋ ਆ। ਜਿਵੇਂ ਆਪਾਂ ਜਪਜੀ ਸਾਹਿਬ ਦੀ ਪੌੜੀ ਆਪਾਂ ਪੜ੍ਹਦੇ ਹਾਂ, ਇਹ ਜਣਾ ਰਹੇ ਆ ਨਾ, ਉਹ ਕਹਿੰਦੇ ਜੇ ਜੁਗ ਚਾਰੇ ਯਾਰ ਜਾ, ਹੋਰ ਦਸੂਣੀ ਹੋਈ 4 ਜੁਗਾਂ ਜਿੰਨੀ ਉਮਰ ਹੋ ਜੇ, ਇਹਦੇ ਤੋਂ ਵੀ 10 ਗੁਣਾ ਹੋ ਜੇ, ਮਤਲਬ ਬਹੁਤ ਲੰਮੀ ਆਰਜ਼ੂ ਹੋ ਜੇ, ਉਮਰ ਕਰਕੇ ਬੜਾ ਜ਼ਿੰਦਗੀ ਨੂੰ ਜੀ ਕੇ ਜਾਏ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ। 9 ਖੰਡ ਭਾਵ 9 ਹਿੱਸਿਆਂ 'ਚ ਧਰਤੀ ਨੂੰ ਵੰਡਿਆ ਗਿਆ। ਸਾਰੀ ਧਰਤੀ ਦੇ ਲੋਕ ਤੈਨੂੰ ਜਾਣਦੇ ਹੋਣ। ਮਤਲਬ ਅੱਜ ਦੇ ਸਮੇਂ 'ਚ ਕਹਿ ਲਈਏ ਆਪਾਂ ਇੰਨਾ ਫੇਮਸ ਹੋ ਜਾਏ, ਕੋਈ ਸਟਾਰ ਬਣ ਜਾਏ, ਤੂੰ ਸੈਲੀਬ੍ਰਿਟੀ ਬਣ ਜਾਏ, ਕੋਈ ਲੀਡਰ ਬਣ ਜਾਏ, ਇੰਨਾ ਜ਼ਿਆਦਾ ਨੇਮ ਫੇਮ ਵੀ ਬਣ ਗਿਆ ਦੁਨੀਆ ਦੇ ਅੰਦਰ। ਫਿਰ ਕਹਿੰਦੇ ਜਸ ਕੀਰਤ ਜਗ ਲੈ, ਲੋਕ ਤੇਰੀਆਂ ਵਡਿਆਈਆਂ ਕਰਦੇ ਹੋਣ ਵੀ ਬੰਦਾ ਬੜਾ ਚੰਗਾ, ਬੜੇ ਗੁਣ ਨੇ ਤੇਰੀ, ਨਾਲ ਚੱਲੇ ਸਭ ਕੋਈ। ਜਿਵੇਂ ਆਪਣੇ ਪਿੰਡਾਂ 'ਚ ਕੋਈ ਲੀਡਰ ਆ ਜਾਂਦਾ ਨਾ, ਤਾਂ ਹਰ ਇੱਕ ਉਹਨਾਂ ਨਾਲ ਸੈਲਫੀ ਕਰਾਉਣੀ ਚਾਹੁੰਦਾ, ਉਹਨਾਂ ਨਾਲ ਫੋਟੋ ਕਰਾਉਂਦਾ ਮੰਗਦਾ। ਤਾਂ ਇਸੇ ਤਰ੍ਹਾਂ ਤੇਰੇ ਨਾਲ ਹਰ ਕੋਈ ਚੱਲਣਾ ਚਾਹੁੰਦਾ ਹੋਵੇ, ਹਰ ਕੋਈ ਖੜਦਾ ਹੋਵੇ, ਨਾਮ ਬੜਾ ਚੰਗਾ ਬਣ ਗਿਆ ਹੋਵੇ ਦੁਨੀਆ 'ਚ, ਉਮਰ ਬੜੀ ਵੱਡੀ ਹੋ ਗਈ, ਪੈਸਾ ਵੀ ਕਮਾ ਲਿਆ, ਸਭ ਕੁਝ ਹੋਵੇ, ਪਰ ਜੇ ਖੁਦ ਦੀਆਂ ਨਜ਼ਰਾਂ 'ਚ ਅਸੀਂ ਪ੍ਰਵਾਨ ਨਹੀਂ ਹੋਏ, ਮਤਲਬ ਖੁਦ ਦੀਆਂ ਨਜ਼ਰਾਂ 'ਚ ਹੀ ਅਸੀਂ ਬੇਈਮਾਨ, ਖੁਦ ਦੀਆਂ ਨਜ਼ਰਾਂ 'ਚ ਅਸੀਂ ਸੈਲਫ ਕੌਨਫੀਡੈਂਟ ਨਹੀਂ ਹੈਗੇ, ਆਤਮ ਵਿਸ਼ਵਾਸੀ ਨਹੀਂ ਹੈਗੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਤੇਰੀ ਹਾਲਤ ਹੈ ਕੀਟਾਂ ਅੰਦਰ ਕੀਟ, ਕਰ ਦੋਸੀ ਦੋਸਤ ਹਰੇ। ਕਹਿੰਦੇ ਲੋਕਾਂ ਦੀਆਂ ਨਜ਼ਰਾਂ 'ਚ ਤੂੰ ਸੁੱਟੜ ਬੁੱਟੜ ਹੋ ਸਕਦਾ, ਲੋਕਾਂ ਦੀਆਂ ਨਜ਼ਰਾਂ 'ਚ ਤੂੰ ਫੇਮਸ ਹੋਏਗਾ, ਲੋਕਾਂ ਦੀਆਂ ਨਜ਼ਰਾਂ 'ਚ ਤੂੰ ਗੰਦਗੀ ਦਾ ਕੀੜਾ, ਕੀਟ ਦੇ ਅੰਦਰ ਦਾ ਕੀਟ। ਤਾਂ ਇਹ ਲਫ਼ਜ਼ ਗੁਰੂ ਸਾਹਿਬ ਜੀ ਤਾਂ ਵਰਤ ਰਹੇ ਨੇ ਕਿ ਬਾਹਰ ਦਿਖਾਵੇ ਦੇ ਲਈ ਤੇਰੀ ਜ਼ਿੰਦਗੀ ਹੈ ਜਿਹੜੀ ਕੁਝ ਹੋਰ ਆ, ਬਟ ਜਦੋਂ ਤੂੰ ਖੁਦ ਦੇ ਨਾਲ ਗੁਜ਼ਰਦਾ, ਦੇਖੋ ਆਪਾਂ ਸਕੂਲ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਆ ਤਾਂ ਕੁਝ ਹੋਰ ਆ, ਪਰ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਆ, ਕਦੇ ਖੁਦ ਦੇ ਨਾਲ ਡਿਸਕਸ ਕਰਕੇ ਦੇਖਿਓ ਸਾਡੀਆਂ ਆਦਤਾਂ, ਸਾਡਾ ਸੁਭਾਅ। ਤੇ ਬਾਬੇ ਨਾਨਕ ਨੇ ਸਾਰੀ ਜ਼ਿੰਦਗੀ 'ਚ ਇਹੀ ਪਾਠ ਪੜਾਇਆ ਨਾ ਸਾਨੂੰ। ਜੇਕਰ ਬੋਲੀ ਦਾ ਫਰਕ ਆ, ਕਿੱਤੇ ਦਾ ਫਰਕ ਆ, ਪਰ ਜੋ ਗੱਲ ਕੀਤੀ ਆ ਬਾਬੇ ਨੇ ਉਹ ਸਾਂਝੀ ਆ, ਉਹ ਸਾਰਿਆਂ ਲਈ ਆ। ਬਾਬੇ ਨਾਨਕ ਦੇ ਸਾਹਮਣੇ ਪੰਡਤ ਆ ਕੇ ਬੈਠ ਗਿਆ ਤਾਂ ਉਹਨਾਂ ਦੇ ਨਾਲ ਗੁਣਾਂ ਦੀ ਗੱਲ ਕੀਤੀ, ਕਹਿੰਦੇ ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤ ਬਾਟੇ, ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ। ਉਹਨੂੰ ਕਪਾਹ ਬਾਰੇ ਪਤਾ, ਉਹਨੂੰ ਸੂਤ ਬਾਰੇ ਪਤਾ, ਉਹ ਜਨੇਊ ਬਣਾਉਂਦਾ, ਤੇ ਉਹਦੇ ਨਾਲ ਸਾਰੀ ਗੱਲ ਕੀਤੀ। ਕਹਿੰਦੇ ਸੰਤੋਖ ਹੈ ਜ਼ਿੰਦਗੀ 'ਚ, ਤ੍ਰਿਸ਼ਨਾ ਖਤਮ ਹੋ ਗਈ ਤੇਰੀ, ਦਇਆ ਹੈ, ਸਾਰੀ ਗੁਣਾਂ ਦੀ ਗੱਲ। ਸਾਹਮਣੇ ਆ ਕੇ ਇੱਕ ਜੋਗੀ ਬੈਠ ਗਿਆ, ਹੁਣ ਉਹਦੇ ਕਿੱਤੇ ਦੇ ਮੁਤਾਬਕ ਉਹਦੀ ਭਾਸ਼ਾ ਦੇ ਵਿੱਚ ਬਾਬੇ ਨੇ ਗੱਲ ਕੀਤੀ। ਉਹ ਕਹਿੰਦੇ ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਪੂਤ। ਆ ਲੰਮੀਆਂ ਲੰਮੀਆਂ ਮੁੰਦਰਾਂ ਪਾਈਆਂ, ਇਹਦੀ ਜਗ੍ਹਾ ਤੇ ਸੰਤੋਖ ਧਾਰਨ ਕਰ ਲਾ, ਧਿਆਨ ਦੀ ਵਿਭੂਤੀ ਲਾ, ਜਿਹੜਾ ਤੂੰ ਪਿੰਡੇ ਤੇ ਸੁਆਹ ਮਲ ਕੇ ਬੈਠਾ ਹੋਇਆ। ਜਿਹੜੀਆਂ ਬਗਲੀਆਂ ਚੱਕੀਆਂ ਨੇ, ਇਹਨਾਂ ਬਗਲੀਆਂ ਦੀ ਜਗ੍ਹਾ ਤੇ ਮਿਹਨਤ ਕਰਕੇ ਆਪਣੀ ਹੱਕ ਸੱਚ ਦੀ ਰੋਟੀ ਖਾ, ਕਿਰਤ ਕਰ, ਸ਼ਰਮ ਕਰ, ਡੰਡਾ ਨਾ ਫੜ, ਰੱਬ ਤੇ ਪ੍ਰੀਤ ਕਰਨੀ, ਵਿਸ਼ਵਾਸ ਕਰਨਾ, ਵਿਸ਼ਵਾਸ ਦੇ ਰਾਹ ਤੇ ਚੱਲ। ਤੇ ਉਸ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਕਿਸਾਨ ਬੈਠ ਗਿਆ। ਹੁਣ ਗੱਲ ਗੁਣਾਂ ਦੀ ਕਰਨੀ ਆ, ਕਿੱਤਾ ਉਹਦਾ, ਭਾਸ਼ਾ ਉਹਦੀ, ਪਰ ਗੱਲ ਸਾਂਝੀ ਕਰਨੀ ਆ ਜੋ ਬਾਬਾ ਨਾਨਕ ਉਪਦੇਸ਼ ਦੇ ਰਹੇ ਆ। ਤਾਂ ਕਿਸਾਨ ਨੂੰ ਵੀ ਇਹੀ ਸਮਝਾਉਂਦੇ ਆ, ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਦੇਸ। ਕਹਿੰਦੇ ਮਨ ਨੂੰ ਹਾਲੀ ਵਰਗਾ ਉਦਮੀ ਬਣਾ ਲੈ, ਕਿਰਸਾਣੀ ਤੇਰੀ ਕਰਨੀ ਹੈ, ਭਾਵ ਤੇਰੇ ਕੰਮ ਹੀ ਤੇਰੀ ਖੇਤੀ ਨੇ, ਤੇਰਾ ਸਰੀਰ ਖੇਤ ਹੈ, ਤੇ ਇਹਦੇ ਵਿੱਚ ਨਾਮ ਦਾ, ਗਿਆਨ ਦਾ ਬੀਜ ਬੀਜ। ਤੇ ਇਦਾਂ ਕਰਕੇ ਕੋਈ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਇਆ, ਭਾਸ਼ਾ ਦਾ ਫਰਕ ਹੈ, ਬੋਲੀ ਦਾ ਫਰਕ ਹੈ, ਕਿੱਤੇ ਦਾ ਫਰਕ ਹੈ, ਪਰ ਜੋ ਗੱਲ ਗੁਰੂ ਸਾਹਿਬ ਜੀ ਨੇ ਗੁਣਾਂ ਦੀ ਕੀਤੀ ਹੈ, ਸਦਗੁਣਾਂ ਦੀ ਕੀਤੀ ਹੈ, ਗੁਣਾ ਕਹੋ ਬੈ ਬਸਲਾ,
ਕੱਢ ਬਾਸ ਲੀਜੈ ਜੇ ਗੁਣ ਹੋਵਣ ਸਾਜਨਾ ਤਾਂ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਤਾਂ ਗੁਰਦੇਵ ਦੀ ਬਾਣੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਬਾਰ-ਬਾਰ ਕਿ ਗੁਣ ਲੈਣੇ ਆ, ਅਸੀਂ ਗੁਣ ਸੰਗ੍ਰਹਿਣ ਕਰਨੇ ਆ ਜ਼ਿੰਦਗੀ ਦੇ ਅੰਦਰ। ਤਾਂ ਗੱਲ ਕਰ ਰਹੇ ਸੀ ਸਕੂਲ ਦੇ ਅੰਦਰ ਨਾ, ਤੁਸੀਂ ਦੇਖਿਓ ਜਦੋਂ ਕਲਾਸ ਦੇ ਵਿੱਚ ਟੀਚਰ ਹੁੰਦਾ ਤਾਂ ਸਾਡੀਆਂ ਹਰਕਤਾਂ ਕਿਹੋ ਜਿਹੀਆਂ ਹੁੰਦੀਆਂ? ਧਿਆਨ ਨਾਲ ਆਪਣੇ ਵੱਲ ਧਿਆਨ ਕਰਕੇ ਬੱਚੇ ਸਾਰੇ ਸੁਣਿਓ ਇੱਕ ਵਾਰ। ਤੇ ਜਦੋਂ ਉਹ ਟੀਚਰ ਪ੍ਰੈਜ਼ੈਂਟ ਨਹੀਂ ਹੁੰਦਾ ਕਲਾਸ ਦੇ ਵਿੱਚ ਤਾਂ ਹਰਕਤਾਂ ਕਿਹੋ ਜਿਹੀਆਂ ਹੁੰਦੀਆਂ? ਦੋਹਾਂ ਸਮਿਆਂ 'ਚ ਬੜਾ ਫਰਕ ਹੈ। ਜੋ ਅਸੀਂ ਟੀਚਰ ਦੇ ਹੁੰਦੇ ਦਿਖਾ ਰਹੇ ਆ ਨਾ ਵੀ ਮੈਂ ਇਦਾਂ ਦਾ ਸਾਊ ਆ, ਮੈਂ ਇੰਨਾ ਸਿਆਣਾ, ਮੈਂ ਬੋਲ ਹੀ ਨਹੀਂ ਰਿਹਾ ਬਿਲਕੁਲ, ਉਹ ਬਾਹਰੋਂ ਆ। ਪਰ ਜਿਉਂ ਹੀ ਟੀਚਰ ਕਲਾਸ ਦੇ ਵਿੱਚੋਂ ਬਾਹਰ ਜਾਂਦਾ ਤਾਂ ਜੋ ਅਸੀਂ ਬਾਅਦ ਦੇ ਵਿੱਚ ਰੌਲਾ ਪਾ ਰਹੇ ਆ, ਸ਼ਰਾਰਤਾਂ ਕਰ ਰਹੇ ਆ, ਪੁੱਠੀਆਂ ਹਰਕਤਾਂ ਕਰ ਰਹੇ ਆ, ਪੁੱਠੇ ਸਿੱਧੇ ਟੀਚਰ ਦੇ ਨਾਂ ਰੱਖ ਕੇ ਬੈਠੇ ਆ, ਉਹ ਸਾਰਾ ਕੁਝ ਸਾਡੇ ਅੰਦਰੋਂ ਆ। ਉਹ ਰੀਅਲ ਹੈ, ਉਹ ਰਿਐਲਿਟੀ ਹੈ, ਉਹ ਅਸਲੀਅਤ ਹੈ ਸਾਡੀ। ਅਸਲ ਦੇ ਵਿੱਚ ਅਸੀਂ ਉਹ ਆ ਜੋ ਅਸੀਂ ਟੀਚਰ ਦੇ ਐਬਸੈਂਟ ਹੋਣ ਤੇ ਆ, ਜੋ ਹਾਜ਼ਰੀ 'ਚ ਉਹ ਦਿਖਾਵਾ ਕਰ ਰਹੇ ਆ। ਬਸ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਜਦੋਂ ਅਸੀਂ ਲੋਕਾਂ ਦੇ ਸਾਹਮਣੇ ਆ ਤਾਂ ਅਸੀਂ ਬੜੇ ਸੁੱਟੜ ਬੁੱਟੜ ਆ, ਬੜੇ ਚੰਗੇ ਲੱਗਦੇ ਆ, ਬੜੇ ਸਾਊ ਸੁਭਾਅ ਦੇ ਮਾਲਕ ਆ। ਪਰ ਜਦੋਂ ਅਸੀਂ ਖੁਦ ਇਕੱਲੇ ਆ ਉਦੋਂ ਕਦੇ ਆਪਣੀਆਂ ਆਦਤਾਂ ਨੂੰ, ਆਪਣੇ ਸੁਭਾਅ ਨੂੰ ਧਿਆਨ ਨਾਲ ਦੇਖਿਓ, ਬਾਝ ਕੇ ਦੇਖਿਓ ਕਿ ਜੋ ਮੈਂ ਇਕੱਲਾ, ਜਿੱਦਾਂ ਦਾ ਮੈਂ ਇਕੱਲਾ ਮਹਿਸੂਸ ਕਰਦਾ, ਇਕੱਲੇ ਦੀਆਂ ਜਿੱਦਾਂ ਦੀਆਂ ਮੇਰੀਆਂ ਆਦਤਾਂ ਨੇ, ਕਿ ਸਭ ਦੇ ਸਾਹਮਣੇ ਵੀ ਮੈਂ ਇਦਾਂ ਦਾ। ਇਹਦੇ ਅੰਦਰ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਉਹ ਬਾਬੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਅੰਦਰ ਆਖਿਆ ਨਾ, ਉਹ ਕਹਿੰਦੇ ਜੀਓ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮਹਿਲੇ ਤਿੰਨੀ ਜਨਮ ਜੂਐ ਹਾਰਿਆ। ਇਹੋ ਜਿਹਾ ਇਨਸਾਨ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ, ਜਿਹੜਾ ਅੰਦਰੋਂ ਕੁਝ ਹੋਰ ਆ ਤੇ ਬਾਹਰੋਂ ਕੁਝ ਹੋਰ ਆ। ਪਰ ਅਸੀਂ ਇਦਾਂ ਦੇ ਬਣਨਾ ਨਹੀਂ ਸੀ, ਅਸੀਂ ਬਣਨਾ ਸੀ ਜੀਓ ਭੀ ਨਿਰਮਲ, ਬਾਹਰੋਂ ਨਿਰਮਲ ਜੀਓ ਭੀ ਨਿਰਮਲ। ਜੋ ਅਸੀਂ ਬਾਹਰੋਂ ਹੁੰਦੇ ਉਹੀ ਅਸੀਂ ਅੰਦਰੋਂ ਹੋਣਾ ਸੀ। ਇਹ ਸੀ ਸਿੱਖੀ ਦਾ ਅਸਲ ਭੇਖ। ਹੁਣ ਜੇ ਆਪਾਂ ਗੱਲ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਠੱਗ ਨੂੰ ਬਦਲ ਦਿੱਤਾ, ਭੂਮੀਏ ਚੋਰ ਨੂੰ ਬਦਲ ਦਿੱਤਾ, ਕੀ ਉਹਨਾਂ ਦੇ ਕੱਪੜੇ ਬਦਲ ਦਿੱਤੇ, ਪਹਿਰਾਵਾ ਬਦਲਤਾ ਉਹਨਾਂ ਦਾ, ਕੀ ਉਹਨਾਂ ਦਾ ਨਾਮ ਬਦਲਤਾ ਬਾਬੇ ਨਾਨਕ ਨੇ, ਕੀ ਉਹਨਾਂ ਦਾ ਸਰੀਰ ਬਦਲਤਾ? ਕੀ ਬਦਲਿਆ ਗੁਰੂ ਨਾਨਕ ਪਾਤਸ਼ਾਹ ਨੇ? ਸਿਰਫ ਸੋਚ ਬਦਲੀ ਆ, ਸਿਰਫ ਵਿਚਾਰਧਾਰਾ ਬਦਲੀ ਆ। ਤੇ ਅਸੀਂ ਵੀ ਉਹ ਵਿਚਾਰਧਾਰਾ ਹੀ ਬਦਲਣੀ ਆ, ਬਸ ਉਹ ਆਤਮ ਵਿਸ਼ਵਾਸ ਦੇ ਨਾਲ ਬਦਲੀ ਜਾਣੀ। ਜਦੋਂ ਖੁਦ ਦੀ ਸਵੈ ਦੀ ਇੱਛਾ ਹੋਏਗੀ ਵੀ ਹਾਂ ਮੈਂ ਬਦਲਣਾ ਚਾਹੁੰਦਾ, ਫਿਰ ਹੀ ਆਪਣੀਆਂ ਆਦਤਾਂ, ਆਪਣੇ ਸੁਭਾਅ ਨੂੰ ਬਦਲਿਆ ਜਾ ਸਕਦਾ। ਖੁਦ ਦੇ ਨਾਲ ਸੰਘਰਸ਼ ਕਰਨਾ ਪੈਣਾ। ਤਾਂ ਗੁਰੂ ਸਾਹਿਬ ਜੀ ਇਹ ਪੌੜੀ ਦੇ ਅੰਦਰ ਕਹਿੰਦੇ ਨੇ ਸਭ ਕੁਝ ਤੇਰੇ ਕੋਲ ਹੋਇਆ, ਪਰ ਜੇ ਖੁਦ ਦੀਆਂ ਨਜ਼ਰਾਂ 'ਚ ਤੂੰ ਬੇਈਮਾਨ ਹੈ, ਖੁਦ ਦੀਆਂ ਨਜ਼ਰਾਂ 'ਚ ਸਾਹਮਣੇ ਖੜਨ ਦੇ ਯੋਗ ਨਹੀਂ ਨਾ ਬਣਿਆ ਤਾਂ ਤੂੰ ਜ਼ੀਰੋ ਹੈ, ਤਾਂ ਤੂੰ ਗੰਦਗੀ ਦੇ ਕੀੜੇ ਬਰਾਬਰ ਹੈ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਹਰੇ। ਤੇ ਰਹਾਓ ਤੋਂ ਸੰਕੇਤ ਕਰ ਲੈ ਲਈਏ ਬਸ, ਵੀ ਜਦੋਂ ਵੀ ਕੋਈ ਫੈਸਲਾ ਕਰਨਾ ਹੈ ਜ਼ਿੰਦਗੀ 'ਚ ਤਾਂ ਬਸ ਇੱਕ ਵਾਰ ਟਿਕ ਕੇ ਸਥਿਰ ਹੋ ਕੇ ਵਿਚਾਰ ਲਈਏ, ਇਹ ਫੈਸਲਾ ਕਰਨ ਨਾਲ ਮੇਰਾ ਕੀ ਹਾਲ ਹੋਣਾ ਹੈ, ਮੇਰੇ ਪਰਿਵਾਰ ਦੇ ਵਿੱਚ ਇਹਦਾ ਕੀ ਰਿਜ਼ਲਟ ਜਾਣਾ ਹੈ, ਸਮਾਜ ਦੇ ਵਿੱਚ ਕੀ ਜਾਏਗਾ, ਆਊਟਪੁੱਟ ਕੀ ਜਾਣੀ ਹੈ। ਤੇ ਇੱਕ ਸੰਕੇਤ ਹੋਰ ਲਿਓ ਗੁਰਬਾਣੀ ਤੋਂ। ਜਦੋਂ ਅਸੀਂ ਪੰਜਾਬੀ ਗ੍ਰਾਮਰ ਦੇਖਦੇ ਹਾਂ ਨਾ, ਪੰਜਾਬੀ ਵਿਆਕਰਣ ਦੇਖਦੇ ਹਾਂ, ਤਾਂ ਜਿੱਥੇ ਇੱਕ ਸੈਂਟੈਂਸ ਪੂਰਾ ਹੋ ਜਾਂਦਾ, ਇੱਕ ਵਾਕ ਪੂਰਾ ਹੋ ਜਾਂਦਾ, ਤਾਂ ਇੱਕ ਡੰਡੀ ਲੱਗੀ ਹੁੰਦੀ ਆ। ਪਰ ਜਦੋਂ ਗੁਰਬਾਣੀ ਦੀ ਗੱਲ ਕਰਦੇ ਆ, ਗੁਰਮੁਖੀ ਦੀ ਗੱਲ ਕਰਦੇ ਆ, ਤਾਂ ਗੁਰਬਾਣੀ 'ਚ ਇੱਕ ਵਾਕ ਪੂਰਾ ਹੁੰਦਾ, ਇੱਕ ਤੁਕ ਪੂਰੀ ਹੁੰਦੀ ਤੇ ਦੋ ਡੰਡੀਆਂ ਲੱਗੀਆਂ ਹੋਈਆਂ। ਤਾਂ ਉਹ ਇੱਕ ਸੰਕੇਤਕ ਸਾਰ ਹੈ ਸਾਨੂੰ ਵੀ ਗੁਰਸਿੱਖਾ ਪਾਠ ਕਰੀ ਜਾਂਦਾ ਹੈ, ਪੜ੍ਹੀ ਜਾਂਦਾ ਹੈ ਬਾਰ-ਬਾਰ, ਕਿਤੇ ਮੰਤਰਾਂ ਵਾਂਗ ਤਾਂ ਨਹੀਂ ਪੜ੍ਹ ਰਿਹਾ। ਜੋ ਪੜ੍ਹ ਲਿਆ ਉਹਨੂੰ ਵਿਚਾਰਿਆ ਹੈ, ਜੋ ਵਿਚਾਰ ਲਿਆ ਉਹਨੂੰ ਪ੍ਰੈਕਟੀਕਲੀ ਜ਼ਿੰਦਗੀ 'ਚ ਲਾਗੂ ਕਰ ਲਿਆ ਹੈ। ਪਹਿਲੀ ਡੰਡੀ ਆਖਦੀ ਹੈ ਰੁਕ ਜਾ, ਰੁਕ ਜਾ। ਜੋ ਪਹਿਲਾਂ ਪੜ੍ਹ ਚੁੱਕੇ ਆ ਉਹ ਸਮਝ ਲੈ, ਪਹਿਲਾਂ ਜੋ ਪੜ੍ਹਿਆ ਉਹਨੂੰ ਵਿਚਾਰ ਲੈ ਇੱਕ ਵਾਰ। ਤੇ ਦੂਜੀ ਡੰਡੀ ਆਖਦੀ ਹੈ ਜੋ ਵਿਚਾਰੇ ਹੈ, ਜੋ ਵਿਚਾਰੇ ਹੈ। ਇੱਕ ਡੰਡੀ ਪਹਿਲੀ ਕਹਿੰਦੀ ਵਿਚਾਰ ਲੈ,
ਦੂਜੀ ਕਹਿੰਦੀ ਉਹਨੂੰ ਪ੍ਰੈਕਟੀਕਲੀ ਲਾਗੂ ਕਰ ਲੈ ਆਪਣੇ। ਫਿਰ 2 ਡੰਡੀਆਂ ਪੂਰੀਆਂ ਹੋਈਆਂ, ਫਿਰ ਅਗਲੀ ਤੁਕ। ਪਰ ਅਸੀਂ ਇਦਾਂ ਤਾਂ ਦੇਖ, ਅਸੀਂ ਤਾਂ ਮੰਤਰਾਂ ਦੇ ਵਾਂਗ ਪਾਠ ਕਰ ਰਹੇ ਹਾਂ। ਟਾਈਮ ਮਿੱਥੇ ਹੋਏ ਨੇ ਸਾਡੇ, ਇੰਨੇ ਕੁ ਸਮੇਂ 'ਚ ਆਹ ਪਾਠ ਹੋ ਜਾਣਾ, ਇੰਨੇ ਸਮੇਂ 'ਚ ਆਹ ਪਾਠ ਹੋ ਜਾਣਾ। ਉਹ ਮਿੱਥ ਕੇ ਅਸੀਂ ਪੜ ਗੱਡੀ ਲੱਦੀ ਹੈ, ਬਸ ਏਦਾਂ ਭਾਟ ਹੋ ਰਹੇ ਆ ਇੱਕ। ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਆਪਣੀ ਜ਼ਿੰਦਗੀ 'ਚ ਇਹਨੂੰ ਪ੍ਰੈਕਟੀਕਲੀ ਲਾਗੂ ਕਰਨਾ ਹੈ। ਪਹਿਲੀ ਡੰਡੀ ਕਹਿੰਦੀ ਵਿਚਾਰ, ਜੋ ਪੜ੍ਹਿਆ ਉਹਨੂੰ ਵਿਚਾਰਨਾ ਹੈ। ਤੇ ਦੂਜੀ ਡੰਡੀ ਆਖਦੀ ਹੈ ਜੋ ਵਿਚਾਰਿਆ ਉਹਨੂੰ ਲਾਗੂ ਕਰਨਾ ਹੈ, ਪ੍ਰੈਕਟੀਕਲੀ ਲਾਇਆ ਉਹਨੂੰ ਆਪਣੇ ਉੱਪਰ। ਸੋ ਵਿਚਾਰਿਓ ਇਸ ਗੱਲ ਨੂੰ। ਸੋ ਅਗਲਾ ਸੀ ਸਵੈ ਇੱਛਾ ਜੇ ਸਾਡੀ ਹੋਏਗੀ, ਫੇਰ ਹੀ ਆਤਮ ਵਿਸ਼ਵਾਸ ਦੇ ਰਾਹ ਤੇ ਜਾਇਆ ਜਾ ਸਕਦਾ। ਦੂਜਾ, ਜੇ ਖੁਦ ਨੂੰ ਪਹਿਚਾਨਣਾ ਹੋਵੇ ਨਾ, ਤਾਂ ਆਪਣੇ ਬਚਪਨ ਵੱਲ ਇੱਕ ਵਾਰ ਝਾਤ ਮਾਰਿਓ। ਬਚਪਨ ਦੇ ਵਿੱਚ ਮਨੁੱਖ ਦਾ ਵਿਕਾਸ ਇੱਕ ਆਟੋਮੈਟਿਕਲੀ ਹੁੰਦਾ ਹੈ, ਕਿਉਂਕਿ ਕੁਦਰਤ ਨੇ ਸਾਨੂੰ ਇੱਕ ਵਿਕਾਸ ਦਿੱਤਾ ਹੋਇਆ ਹੈ। ਜਿਵੇਂ ਜਦੋਂ ਬੱਚਾ ਬੋਲਣ ਲੱਗਦਾ ਨਾ, ਤਾਂ ਉਹ ਤੋਤਲੀ ਜੀ ਆਵਾਜ਼ ਦੇ ਵਿੱਚ ਬੋਲਦਾ ਬੋਲਦਾ ਕਈ ਸਵਾਲ ਕਰ ਜਾਂਦਾ ਹੈ। 2-3 ਸਾਲ ਦੇ ਬੱਚੇ ਨੂੰ ਦੇਖਿਓ ਕਦੇ, ਉਹ ਬੋਲਦਾ ਘੱਟ ਹੈ ਤੇ ਸਵਾਲ ਜ਼ਿਆਦਾ ਕਰਦਾ ਹੈ। ਬੜੇ ਸਵਾਲ ਕਰਦਾ ਹੈ ਉਹ, ਮੰਮੀ ਏਦਾਂ ਕਿਵੇਂ, ਬਾਪੂ ਏਦਾਂ ਕਿਵੇਂ, ਜਾਂ ਰਿਸ਼ਤੇਦਾਰਾਂ ਨੂੰ, ਹਨਾ ਬੜੇ ਸਵਾਲ ਕਰਦਾ। ਤੁਸੀਂ ਆਪਣੇ ਆਪ ਦੇ ਬਚਪਨ ਨੂੰ ਦੇਖੋ, ਬੜੇ ਸਵਾਲ ਸੀ ਸਾਡੇ ਕੋਲ। ਪਰ ਜਦੋਂ ਉਹਨਾਂ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਮਿਲਦੇ, ਤਾਂ ਬੱਚੇ ਦੇ ਅੰਦਰ ਜਿਹੜੀ ਸਵਾਲ ਕਰਨ ਦੀ ਆਦਤ ਹੈ ਨਾ, ਉਹ ਖਤਮ ਹੋ ਜਾਂਦੀ ਹੈ। ਸਕੂਲ ਦੇ ਅੰਦਰ ਉਹੀ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਵਾਲ ਕਰੇ। ਕੁਝ ਬੱਚੇ ਤਾਂ ਸਿਰਫ ਰੱਟਾ ਮਾਰਾ ਏਦਾਂ ਸੁਣਾਤਾ ਜਾਂਦੇ ਆ, ਪਰ ਕੁਝ ਉਹ ਹੁੰਦੇ ਨੇ ਜਿਹੜੇ ਪ੍ਰੈਕਟੀਕਲੀ ਉਸ ਗੱਲ ਨੂੰ ਵਾਚਦੇ ਨੇ ਵੀ ਇਹ ਐਕਸਪੈਰੀਮੈਂਟ ਏਦਾਂ ਕਿਵੇਂ ਹੋਇਆ, ਇਹਦੀ ਵਿਧੀ, ਇਹਦੇ ਵਿਧਾਨ ਨੂੰ ਮੈਂ ਦੇਖਾਂ ਕਿਵੇਂ। ਤਾਂ ਉਹਨਾਂ ਦੇ ਅੰਦਰ ਸਵਾਲ ਪੈਦਾ ਹੁੰਦੇ ਨੇ, ਤੇ ਉਹਨਾਂ ਸਵਾਲਾਂ ਦੇ ਵਿੱਚ ਉਹਨਾਂ ਦਾ ਵਿਕਾਸ ਨਿਕਲਦਾ। ਜਿਸ ਦਿਨ ਪਹਿਲਾਂ ਆਪਾਂ ਲਾਈਵ ਹੋ ਕੇ ਗੱਲ ਕਰ ਰਹੇ ਸੀ, ਉਸ ਦਿਨ ਆਪਾਂ ਇੱਥੇ ਗੱਲ ਕਰ ਰਹੇ ਸੀ ਕਿ ਦੇਖੋ ਬੱਚਿਓ, ਅਸੀਂ 2 ਤਲ ਤੇ ਜ਼ਿੰਦਗੀ ਜੀ ਰਹੇ ਹਾਂ। ਇੱਕ ਸਰੀਰਕ ਤਲ ਹੈ, ਇੱਕ ਸਾਡਾ ਮਾਨਸਿਕ ਤਲ ਹੈ। ਸਰੀਰਕ ਤਲ ਆਟੋਮੈਟਿਕ ਕਿਰਿਆਸ਼ੀਲ ਹੈ, ਜਿਹਨੂੰ ਅਸੀਂ ਸਹਿ ਭੰਗ ਕਹਿੰਦੇ ਹਾਂ, ਵੀ ਕੁਦਰਤ ਦੇ ਅੰਦਰ ਜੋ ਕੁਝ ਵੀ ਹੈ ਨਾ, ਆਪਣੇ ਆਪ ਬਣ ਰਿਹਾ ਹੈ, ਖਤਮ ਹੋ ਰਿਹਾ ਹੈ, ਫਿਰ ਬਣ ਰਿਹਾ ਹੈ, ਫਿਰ ਖਤਮ ਹੋ ਰਿਹਾ ਹੈ, ਕਈ ਵਾਰ ਪਸਰਿਓ ਪਾਸਾਰ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਇਹਦੀਆਂ ਕਿਰਿਆਵਾਂ ਆਪਣੇ ਆਪ ਨੇ। ਇੱਕ ਬੱਚਾ ਜਵਾਨ ਹੋ ਜਾਂਦਾ ਹੈ, ਕੁਝ ਨਹੀਂ ਕਰਨਾ, ਸਿਰਫ ਖੁਰਾਕ ਖਾ ਰਿਹਾ ਬਸ। ਉਹ ਇੱਕ ਜਵਾਨ ਬੁੱਢਾ ਹੋ ਜਾਂਦਾ ਹੈ, ਆਟੋਮੈਟਿਕ ਪ੍ਰੋਸੈਸ ਹੈ। ਤੇ ਇੱਕ ਬੁੱਢਾ ਇੱਕ ਦਿਨ ਮਰ ਜਾਂਦਾ ਹੈ, ਮੌਤ ਹੋ ਜਾਂਦੀ ਹੈ ਉਹਦੀ, ਆਟੋਮੈਟਿਕ ਹੈ। ਇਹ ਜੇਕਰ ਅਸੀਂ ਪੁੰਨੀ ਹੋ ਜਾਵਾਂਗੇ ਤਾਂ ਵੀ ਸਰੀਰ ਦੇ ਚਾਰੇ ਪੜਾਅ ਸਾਡੇ ਤੇ ਆਉਣੇ ਆ। ਜੇ ਅਸੀਂ ਪਾਪੀ ਹੋ ਗਏ ਫਿਰ ਵੀ ਆਉਣੇ ਆ। ਚੰਗੇ ਬਣ ਗਏ ਭਾਵੇਂ ਮਾੜੇ ਬਣ ਗਏ, ਸਰੀਰ ਦੇ ਇਹਨਾਂ 4 ਪੜਾਵਾਂ ਚੋਂ ਲੰਘਣਾ ਪੈਣਾ ਹੈ। ਬਚਪਨ, ਜਵਾਨੀ, ਬੁਢੇਪਾ, ਮੌਤ। ਤੇ ਹੁਣ ਇਹ 5 ਪੜਾਅ ਨੇ ਜਿਹੜੇ ਸਾਡੇ ਸਰੀਰ ਤੇ ਹੈ, ਇਹ ਆਟੋਮੈਟਿਕ ਕਿਰਿਆਸ਼ੀਲ ਨੇ, ਆਟੋਮੈਟਿਕ ਆਪਣੇ ਆਪ ਆਉਂਦੇ ਆ। ਸਿਰਫ ਖੁਰਾਕ ਖਾ ਰਹੇ ਆ ਤੇ ਸਰੀਰ ਅੱਗੇ ਵੱਧ ਰਿਹਾ ਹੈ, ਡਿਵੈਲਪ ਹੋ ਰਿਹਾ ਹੈ, ਅਪ ਟੂ ਡੇਟ ਹੋ ਰਿਹਾ ਹੈ। ਪਰ ਜਿਹੜਾ ਮਾਨਸਿਕ ਤਲ ਹੈ ਨਾ, ਮਾਨਸਿਕ ਤਲ, ਇਹ ਆਟੋਮੈਟਿਕ ਕਿਰਿਆਸ਼ੀਲ ਨਹੀਂ ਹੈ, ਆਪਣੇ ਆਪ ਨਹੀਂ ਹੈ, ਇਹਨੂੰ ਕਰਨਾ ਪੈਂਦਾ ਹੈ। ਇੱਕ ਬੱਚੇ ਨੂੰ ਬਹੁਤ ਕੁਝ ਸਿੱਖਣਾ ਪੈਂਦਾ ਜਵਾਨ ਹੋਣ ਲਈ। ਇੱਕ ਜਵਾਨ ਨੂੰ ਬੜੇ ਤਜਰਬੇ ਹੰਢਾਉਣੇ ਪੈਂਦੇ ਨੇ ਬੁਢੇਪੇ ਤੱਕ ਜਾਣ ਲਈ। ਉਹ ਮਾਨਸਿਕ ਤਲ ਦੇ ਉੱਪਰ ਹੈ। ਜਿਵੇਂ ਇੱਕ ਬੱਚਾ, ਇੱਕੇ ਦਿਨ ਦੋਨਾਂ ਦਾ ਜਨਮ ਹੋਇਆ। ਇੱਕ ਬੱਚਾ ਉਹ ਹੈ ਜਿਹੜਾ ਅਜੇ ਤੱਕ ਇੱਕ ਦਿਨ ਵੀ ਸਕੂਲ ਨਹੀਂ ਗਿਆ, ਜਿਹਨੇ ਕਿਤਾਬ ਚੁੱਕ ਕੇ ਨਹੀਂ ਦੇਖੀ, ਜਿਹੜਾ ਹਰ ਰੋਜ਼ ਸਕੂਲ ਜਾਂਦਾ ਹੈ। ਦੋਨਾਂ ਦੀ ਉਮਰ 16 ਸਾਲ ਹੋ ਗਈ, ਉਮਰ ਸਰੀਰ ਕਰਕੇ 16 ਸਾਲ ਦੇ ਹੋ ਗਏ ਦੋਨੇ, ਪਰ ਇੱਕ ਦਾ ਮਾਨਸਿਕ ਵਿਕਾਸ ਹੋਇਆ ਤੇ ਇੱਕ ਦਾ ਬਿਲਕੁਲ ਨਹੀਂ ਹੋਇਆ। ਕਿਉਂਕਿ ਵਿਕਾਸ ਖੜਾ ਸੀ ਅੱਖਰਾਂ ਦੇ ਉੱਪਰ, ਵਿਕਾਸ ਖੜਾ ਸੀ ਬੋਲੀ ਦੇ ਉੱਪਰ, ਵਿਕਾਸ ਖੜਾ ਸੀ ਤੇਰੀ ਪੜ੍ਹਾਈ ਦੇ ਉੱਪਰ। ਸਤਿਗੁਰੂ ਜੀ ਕਹਿੰਦੇ ਆ ਨਾ, ਅੱਖਰੀ ਲਿਖਣ ਬੋਲਣ ਬਾਣ।
ਅੱਖਰਾਂ ਨੂੰ ਸਮਝਣ ਦੇ ਦੋ ਹੀ ਤਰੀਕੇ ਆ, ਇੱਕ ਲਿਖ ਕੇ ਇੱਕ ਬੋਲ ਕੇ। ਜਾਂ ਲਿਖਣ ਦੇ ਨਾਲ ਸਮਝਿਆ ਜਾ ਸਕਦਾ ਹੈ ਜਾਂ ਬੋਲਣ ਦੇ ਨਾਲ ਸਮਝਿਆ ਜਾ ਸਕਦਾ ਹੈ। ਹੁਣ ਇੱਕ ਸਕੂਲ ਗਿਆ ਤੇ ਉਹਦਾ ਮਾਨਸਿਕ ਵਿਕਾਸ ਹੋਇਆ ਤੇ ਇੱਕ ਨਹੀਂ ਗਿਆ, ਉਹਦਾ ਵਿਕਾਸ ਹੀ ਨਹੀਂ ਹੋਇਆ। ਸੋ ਇਸ ਕਰਕੇ ਆਪਣੇ ਸਵਾਲਾਂ ਨੂੰ ਕਦੇ ਵੀ ਖਤਮ ਨਾ ਕਰੋ, ਕਦੇ ਵੀ ਖਤਮ ਨਾ ਕਰੋ। ਸਾਡੇ ਧਰਮ ਦੇ ਅੰਦਰ ਇਹ ਬਹੁਤ ਵੱਡੀ ਇੱਕ, ਮੈਂ ਕਹਾਂਗਾ ਵੀ ਸ਼ਰਮ ਦੀ ਗੱਲ ਹੈ, ਬਹੁਤ ਵੱਡੀ, ਕਿ ਧਾਰਮਿਕ ਢਾਂਚੇ ਦੇ ਅੰਦਰ ਅਸੀਂ ਲੋਕਾਂ ਨੂੰ ਸਵਾਲ ਕਰਨ ਤੋਂ ਹਟਾਇਆ ਹੈ। ਬਹੁਤ ਘੱਟ ਪ੍ਰਚਾਰਕ ਮਿਲਣਗੇ ਤੁਹਾਨੂੰ, ਬਹੁਤ ਘੱਟ ਇਦਾਂ ਦੇ ਰਾਗੀ ਕੀਰਤਨੀਏ ਹੋਣਗੇ ਜਿਹੜੇ ਕਹਿਣਗੇ ਹਾਂ ਸਵਾਲ ਕਰੋ, ਅਸੀਂ ਜਵਾਬ ਦਿੰਦੇ ਹਾਂ। ਪਰ ਬਹੁਤਾਤ ਗਿਣਤੀ ਦੇ ਅੰਦਰ ਸਵਾਲਾਂ ਤੋਂ ਰੋਕਿਆ ਜਾਂਦਾ ਹੈ। ਸਕੂਲ ਦੇ ਵਿੱਚ ਜਿਹੜਾ ਬੱਚਾ ਸਵਾਲ ਕਰੇ ਉਹ ਇੰਟੈਲੀਜੈਂਟ ਕਿਹਾ ਜਾਂਦਾ ਹੈ। ਧਾਰਮਿਕ ਦੁਨੀਆ ਦੇ ਅੰਦਰ ਜਿਹੜਾ ਸਵਾਲ ਕਰੇ ਉਹਨੂੰ ਨਾਸਤਿਕ ਕਿਹਾ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਹੈ ਰੱਬ ਨੂੰ ਮੰਨਦਾ ਨਹੀਂ, ਇਹ ਸ਼ੰਕੇ ਕਰਦੇ ਨਹੀਂ। ਸਵਾਲ ਕਰਨ ਦਾ ਵਿਕਾਸ ਸਾਨੂੰ ਕੁਦਰਤ ਨੇ ਦਿੱਤਾ ਹੈ, ਰੱਬ ਨੇ ਦਿੱਤਾ ਹੈ। ਅਸੀਂ ਬਚਪਨ ਤੋਂ, ਸਾਨੂੰ ਕਿਹਨੇ ਸਿਖਾਇਆ ਸੀ ਸਵਾਲ ਕਰਨਾ? ਬਚਪਨ ਚ ਖੁਦ ਤੋਂ ਸਿੱਖਿਆ ਸੀ, ਅਸੀਂ ਆਪਣੇ ਆਪ ਸਿੱਖਿਆ ਸੀ। ਤੇ ਜਿਉਂ-ਜਿਉਂ ਜਵਾਬ ਮਿਲਦੇ ਗਏ ਤੇ ਸਾਡੇ ਸਵਾਲ ਨੇ ਜਿਹੜੇ ਹੋਰ ਤੇਜ਼ ਹੁੰਦੇ ਗਏ, ਤੇ ਜਿਉਂ-ਜਿਉਂ ਸਾਡੀ ਜ਼ਿੰਦਗੀ 'ਚ ਸਵਾਲ ਆਏ ਨਾ, ਪਿਆਰੇ ਬੱਚਿਓ ਧਿਆਨ ਦਿਓ, ਜਿੰਨੇ ਸਾਡੇ ਮਾਈਂਡ ਦੇ ਵਿੱਚ ਸਵਾਲ ਆਉਂਦੇ ਆ ਨਾ, ਤਾਂ ਸਮਝੋ ਸਾਡਾ ਵਿਕਾਸ ਉਨਾ ਹੀ ਹੋਣਾ ਹੈ। ਤੇ ਜਿਸ ਦਿਨ ਸਵਾਲਾਂ ਦੀ ਰਫ਼ਤਾਰ ਖਤਮ ਹੋ ਗਈ ਮਾਈਂਡ ਦੇ ਵਿੱਚੋਂ, ਦਿਮਾਗ ਦੇ ਵਿੱਚੋਂ, ਤਾਂ ਸਮਝ ਲੈਣਾ ਅਸੀਂ ਰੁਕ ਗਏ। ਤੇ ਉਸ ਰੁਕਾਵਟ ਤੋਂ ਬਾਅਦ ਸਾਡੀ ਜ਼ਿੰਦਗੀ 'ਚੋਂ ਬਦਬੂ ਆਏਗੀ, ਹੁਣ ਖੁਸ਼ਬੂ ਨਹੀਂ ਆਉਣੀ, ਕਿਉਂਕਿ ਵਿਕਾਸ ਨਹੀਂ ਹੈ। ਵਿਕਸਿਤ ਹੋਣ ਦੇ ਲਈ ਸਵਾਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਜੋ ਵੀ ਪ੍ਰੋਜੈਕਟ ਕਰ ਰਹੇ ਹੋ, ਜੋ ਵੀ ਐਕਸਪੈਰੀਮੈਂਟ ਕਰ ਰਹੇ ਹੋ ਸਕੂਲਾਂ ਦੇ ਵਿੱਚ, ਜੋ ਕੁਝ ਵੀ ਕਰ ਰਹੇ ਹੋ ਨਾ, ਇੱਕ ਵਾਰ ਉੱਥੇ ਤੁਸੀਂ ਧਿਆਨ ਦੇ ਨਾਲ ਸਵਾਲ ਜ਼ਰੂਰ ਖੜੇ ਕਰੋ। ਚਾਹੇ ਉਹ ਰਾਜਨੀਤਿਕ ਢਾਂਚਾ ਹੋਵੇ, ਚਾਹੇ ਸਾਡਾ ਧਾਰਮਿਕ ਢਾਂਚਾ ਹੋਵੇ, ਚਾਹੇ ਸਾਡਾ ਸਕੂਲ ਦਾ ਸਿਸਟਮ ਹੈ, ਚਾਹੇ ਸਾਡਾ ਪਰਿਵਾਰਿਕ ਸਿਸਟਮ ਹੈ, ਜੋ ਕੁਝ ਵੀ ਉੱਥੇ ਪਰੰਪਰਾਵਾਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਤਾਂ ਇੱਕ ਵਾਰ ਉਹਨਾਂ ਤੇ ਸਵਾਲ ਖੜੇ ਕਰਨਾ ਸਾਡਾ ਫਰਜ਼ ਬਣਦਾ ਵੀ ਹਾਂ ਇਹ ਇਦਾਂ ਕਿਵੇਂ। ਉਹਦਾ ਲੌਜੀਕਲ ਹੋਣਾ ਬੜਾ ਲਾਜ਼ਮੀ ਹੈ। ਚਲੋ ਮੈਂ ਇਸ ਗੱਲ ਨੂੰ ਪਾਸੇ ਕਰਕੇ ਆਪਾਂ ਅੱਗੇ ਵਧੀਏ। ਤਾਂ ਆਤਮ ਵਿਸ਼ਵਾਸ ਤੋਂ ਬਿਨਾਂ ਹੀ ਨਹੀਂ ਇਤਿਹਾਸ ਸਿਰਜੇ ਜਾਂਦੇ, ਆਤਮ ਵਿਸ਼ਵਾਸ ਤੋਂ ਬਿਨਾਂ ਹੀ ਨਹੀਂ ਹਿਸਟਰੀ ਬਣ ਜਾਂਦੀ। ਜੇ ਗੁਰੂ ਸਾਹਿਬਾਨਾਂ ਵੱਲ ਝਾਤ ਮਾਰੀਏ ਨਾ ਥੋੜੀ ਜਿਹੀ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਗਈ ਤਾਂ ਉਹਨਾਂ ਦੀ ਉਮਰ ਕੇਵਲ 11 ਸਾਲ ਹੈ। ਕਿੰਨਾ ਆਤਮ ਵਿਸ਼ਵਾਸ ਹੋਏਗਾ ਮਾਤਾ ਗੰਗਾ ਜੀ ਕੋਲ। 11 ਸਾਲ ਦੀ ਉਮਰ ਦੇ ਵਿੱਚ ਪੁੱਤ ਗੁਰਤਾ ਗੱਦੀ ਤੇ ਬੈਠਾ, ਜ਼ਿੰਮੇਵਾਰੀ ਕੌਮ ਦੀ ਸੰਭਾਲੀ ਹੈ। ਤੇ ਮਾਤਾ ਗੰਗਾ ਜੀ ਨੇ ਕਿੱਦਾਂ ਸਟੈਪ ਬਾਏ ਸਟੈਪ ਉਹਨਾਂ ਨੂੰ ਚੱਲਣਾ ਸਿਖਾਇਆ ਹੋਣਾ, ਵੀ ਕੀ ਫੈਸਲੇ ਕਿੱਦਾਂ ਲੈਣੇ ਨੇ, ਕਿੱਦਾਂ ਅੱਗੇ ਹੋ ਕੇ ਜਾਣਾ ਹੈ। ਗੁਰੂ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ ਜਦੋਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਸਾਹਮਣੇ ਦੇਖਦੇ ਨੇ, ਤਾਂ ਮਾਤਾ ਗੁਜਰ ਕੌਰ ਜੀ ਦਾ ਕਿੰਨਾ ਵੱਡਾ ਆਤਮ ਵਿਸ਼ਵਾਸ ਹੋਏਗਾ, ਜਿਸ ਵਿਸ਼ਵਾਸ ਦੇ ਨਾਲ ਉਹਨਾਂ ਨੇ ਕਿਹਾ ਹੋਣਾ ਵੀ ਗੋਬਿੰਦ ਰਾਏ ਅੱਜ ਤੋਂ ਬਾਅਦ ਤੇਰੀ ਕਮਾਂਡ ਹੈ ਕੌਮ ਤੇ। ਤਾਂ ਇਹ ਗੱਲਾਂ ਸਾਨੂੰ ਵਿਚਾਰਨੀਆਂ ਪੈਣੀਆਂ, ਸਮਝਣੀਆਂ ਪੈਣੀਆਂ। ਬਿਨਾਂ ਆਤਮ ਵਿਸ਼ਵਾਸ ਤੋਂ ਸਾਡੇ ਏਡੇ ਵੱਡੇ ਇਤਿਹਾਸ ਨਹੀਂ ਬਣ ਗਏ। ਜਿਹੜੇ ਇਤਿਹਾਸ ਸਾਡੇ ਗੁਰੂ ਸਾਹਿਬਾਨਾਂ ਨੇ ਸਿਰਜੇ ਨੇ, ਤਾਂ ਇੱਕ ਉਹਨਾਂ ਦਾ ਵਿਸ਼ਵਾਸ ਦਾ ਐਂਗਲ ਸੀ, ਖੁਦ ਤੇ ਵਿਸ਼ਵਾਸ, ਰੱਬ ਤੇ ਵਿਸ਼ਵਾਸ। ਇਸ ਨਜ਼ਰੀਏ ਦੇ ਨਾਲ ਉਹ ਅੱਗੇ ਵਧੇ ਨੇ, ਚੱਲੇ ਨੇ। ਤੇ ਨਹੀਂ ਤਾਂ ਅਸੀਂ ਥੋੜੀ ਮੋਟੀ ਕੋਈ ਨੈਗੇਟਿਵ ਗੱਲ ਹੋ ਜੇ ਨਾ, ਥੋੜੀ ਮੋਟੀ, ਹੁਣ ਤੁਸੀਂ ਦੇਖੋ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਹੈ, ਬਚਪਨ ਦੇ ਵਿੱਚ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਤਾਂ ਗੋਬਿੰਦ ਰਾਏ ਦੀ ਉਮਰ, ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਹੈ। ਇੰਨੀ ਛੋਟੀ ਉਮਰ ਦੇ ਵਿੱਚ ਕੌਮ ਨੂੰ ਕਮਾਂਡ ਦੇ ਕੇ ਅੱਗੇ ਵਧਾਉਣਾ, ਕਿੱਡਾ ਵੱਡਾ ਵਿਸ਼ਵਾਸ ਹੋਏਗਾ, ਕਿੱਡਾ ਵੱਡਾ ਜਿਗਰਾ ਹੋਏਗਾ ਉਹਨਾਂ ਦੇ ਕੋਲ। ਤੇ ਸਾਡੇ ਤੇ ਤਾਂ ਕੋਈ ਨਿੱਕੀ ਮੋਟੀ ਕੋਈ ਨੈਗੇਟਿਵ ਪ੍ਰੋਸੈਸ ਆ ਜਾਏ, ਨਿੱਕਾ ਮੋਟਾ ਕੋਈ ਨੈਗੇਟਿਵ ਸਟੈਪ ਹੋ ਜਾਏ, ਅਸੀਂ ਉੱਥੇ ਹੀ ਆਪਣੇ ਹਥਿਆਰ ਸੁੱਟ ਦਿੰਦੇ ਹਾਂ ਵੀ ਮੇਰੇ ਤੋਂ ਨਹੀਂ ਹੋਣਾ ਏਦਾਂ, ਮੈਂ ਨਹੀਂ ਏਦਾਂ ਕਰ ਸਕਦਾ। ਕਿਉਂਕਿ ਸਾਡੀ ਜ਼ਿੰਦਗੀ ਦੀਆਂ ਕੁਝ ਲਿਮਿਟੇਸ਼ਨਸ ਬਣੀਆਂ ਹੋਈਆਂ, ਅਸੀਂ ਇੱਕ ਦਾਇਰਾ ਬਣਾਇਆ ਹੋਇਆ ਤੇ ਉਸ ਦਾਇਰੇ ਚੋਂ ਅਸੀਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਸਟੈਪ ਬਾਏ ਸਟੈਪ ਅੱਗੇ ਵਧ ਰਹੇ ਨੇ।
ਨੈਗੇਟਿਵ ਪੁਆਇੰਟ ਸਾਹਮਣੇ ਹੈ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਮੈਂ ਇਸ ਰਾਹ ਤੇ ਚੱਲਾਂਗਾ ਤਾਂ ਮੇਰੇ ਨਾਲ ਵੀ ਇਦਾਂ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੋਚਦੇ ਮੈਂ ਇਸ ਰਾਹ ਤੇ ਚੱਲਾਂਗਾ, ਮੇਰੇ ਨਾਲ ਵੀ ਇਦਾਂ ਹੋ ਸਕਦਾ। ਕਿੱਡਾ ਵੱਡਾ ਵਿਸ਼ਵਾਸ ਹੋਏਗਾ, ਮੇਰੀ ਵੀ ਕੁਰਬਾਨੀ ਹੋ ਸਕਦੀ ਹੈ। ਤਾਂ ਸਾਡੇ ਸਾਹਮਣੇ ਕੋਈ ਨੈਗੇਟਿਵ ਪੁਆਇੰਟ ਆ ਜਾਏ ਥੋੜਾ ਮੋਟਾ, ਅਸੀਂ ਉੱਥੇ ਹੀ ਹਥਿਆਰ ਸੁੱਟ ਕੇ ਪਾਸੇ ਹੋ ਜਾਂਦੇ ਆ ਵੀ ਮੇਰੇ ਵੱਸ ਦਾ ਕੰਮ ਹੈ। ਇਦਾਂ ਨਹੀਂ। ਜਿਵੇਂ ਇੱਕ ਕਹਾਣੀ ਹੈ ਨਾ, ਕਹਿੰਦੇ ਇੱਕ ਇਨਸਾਨ ਸਮੁੰਦਰ ਦੇ ਤਲ ਤੇ ਨਾ ਤੁਰਿਆ ਜਾ ਰਿਹਾ, ਬੀਚ ਤੇ ਤੁਰਿਆ ਜਾ ਰਿਹਾ, ਤੂਫਾਨੀ ਲਹਿਰਾਂ ਆਈਆਂ ਤੇ ਉਹਨਾਂ ਲਹਿਰਾਂ ਨੇ ਸਮੁੰਦਰ ਦੇ ਕੰਢਿਆਂ ਤੇ ਜਿਹੜੀਆਂ ਮਛਲੀਆਂ ਸੀ ਨਾ, ਮੱਛੀਆਂ ਸੀ, ਉਹਨਾਂ ਮੱਛੀਆਂ ਨੂੰ ਵਗਾ ਵਗਾ ਕੇ ਸਮੁੰਦਰ ਤੋਂ ਬਾਹਰ ਫੱਕ ਦਿੱਤਾ। ਜਦੋਂ ਬਾਹਰ ਸੁੱਟਿਆ ਨਾ, ਲਹਿਰਾਂ ਨੇ ਸਮੁੰਦਰ ਤੋਂ ਬਾਹਰ ਸੁੱਟਿਆ ਮੱਛੀਆਂ ਨੂੰ, ਬੀਚ ਦੇ ਉੱਪਰ ਮੱਛੀਆਂ ਇੱਧਰ ਉੱਧਰ ਤੜਫ ਰਹੀਆਂ। ਉਸ ਬੰਦੇ ਨੇ ਦੇਖਿਆ, ਦੇਖਣ ਤੋਂ ਬਾਅਦ ਉਹਨੇ ਇੱਕ ਇੱਕ ਮੱਛੀ ਨੂੰ ਚੁੱਕਣਾ ਸ਼ੁਰੂ ਕੀਤਾ। ਇੱਕ ਮੱਛੀ ਨੂੰ ਚੁੱਕਦਾ ਤੇ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਸੁੱਟ ਦਿੰਦਾ ਹੈ, ਫਿਰ ਦੂਜੀ ਨੂੰ ਚੁੱਕਦਾ, ਫਿਰ ਸੁੱਟ ਦਿੰਦਾ। ਇਦਾਂ ਕਰਕੇ ਨਾ ਉਹ ਮੱਛੀਆਂ ਨੂੰ ਅੰਦਰ ਸੁੱਟਦਾ ਗਿਆ ਵੀ ਪਾਣੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਹੈ, ਜਾਨ ਬਚ ਜਾਏਗੀ ਉਹਨਾਂ ਦੀ। ਸਾਹਮਣੇ ਤੋਂ ਕੋਈ ਸਾਡੇ ਵਰਗਾ ਬੰਦਾ ਆਉਂਦਾ ਹੈ, ਉਹ ਕਹਿੰਦਾ ਭਰਾਵਾ ਕਿਉਂ ਮੂਰਖਤਾ ਕਰੀ ਜਾਂਦਾ, ਆ ਦੇਖ ਸਾਰੇ ਸਮੁੰਦਰ ਦੇ ਆਲੇ ਦੁਆਲੇ ਲਹਿਰਾਂ ਦੇ ਨਾਲ ਕਿੰਨੀ ਮਛਲੀਆਂ ਨੇ ਜਿਹੜੀਆਂ ਬਾਹਰ ਤੜਫ ਰਹੀਆਂ ਨੇ, ਕਿੰਨੀਆਂ ਕੁ ਨੂੰ ਅੰਦਰ ਸੁੱਟ ਦੇਗਾ, ਕਿੰਨੀਆਂ ਕੁ ਨੂੰ ਜੀਵਨ ਦਾਨ ਦੇ ਦੇਗਾ। ਤੇ ਉਹ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਹਿੰਦਾ ਭਰਾ ਮੈਨੂੰ ਪਤਾ ਇਹ ਸਾਰਾ ਕੰਮ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਸਾਰੀਆਂ ਦੀ ਜਾਨ ਨਹੀਂ ਬਚਾਈ ਜਾਣੀ, ਸਮਾਂ ਬਹੁਤ ਘੱਟ ਹੈ ਮੇਰੇ ਕੋਲ, ਪਰ ਹਾਂ ਜਿੰਨੀਆਂ ਨੂੰ ਫੜ ਕੇ ਸੁੱਟ ਰਿਹਾ ਨਾ ਮੈਂ ਪਾਣੀ 'ਚ, ਉਹਨਾਂ ਨੂੰ ਜ਼ਿੰਦਗੀ ਮਿਲ ਰਹੀ ਹੈ। ਜਿੰਨੀਆਂ ਨੂੰ ਹੱਥ ਦੇ ਵਿੱਚ ਲੈ ਕੇ ਮੈਂ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਸੁੱਟ ਰਿਹਾ, ਉਹਨਾਂ ਨੂੰ ਇੱਕ ਜੀਵਨ ਮਿਲ ਰਿਹਾ ਹੈ ਤੇ ਮੈਨੂੰ ਪੂਰੀ ਖੁਸ਼ੀ ਮਹਿਸੂਸ ਹੋ ਰਹੀ ਹੈ। ਹਾਂ ਤੂੰ ਆ ਜਾ ਮੇਰੇ ਨਾਲ, ਤੈਨੂੰ ਦੇਖ ਕੇ 2 ਹੋਰ ਆਉਣਗੇ, 2 ਤੋਂ 4 ਆਉਣਗੇ, ਆਪਾਂ ਸੈਂਕੜਿਆਂ ਦੀ ਗਿਣਤੀ 'ਚ ਹੋ ਜਾਵਾਂਗੇ ਤੇ ਸਾਰੀਆਂ ਨੂੰ ਵੀ ਅੰਦਰ ਸੁੱਟ ਸਕਦੇ ਆ। ਜਿੰਨੀਆਂ ਦੀ ਲਾਈਫ ਨੂੰ ਮੈਂ ਟੱਚ ਕਰ ਰਿਹਾ, ਉਹਦੇ 'ਚ ਜਿਹੜਾ ਆਨੰਦ ਆ ਰਿਹਾ ਨਾ, ਉਹ ਮੈਨੂੰ ਹੀ ਪਤਾ ਹੈ। ਤਾਂ ਉਹ ਨੈਗੇਟਿਵ ਪ੍ਰੋਸੈਸ ਦੇਣ ਵਾਲਾ ਜਿਹੜਾ ਬੰਦਾ, ਜਿਹੜਾ ਨੈਗੇਟਿਵ ਦੇ ਰਿਹਾ ਸੀ ਨਾ, ਉਹ ਕਹਿ ਰਿਹਾ ਸੀ ਨਹੀਂ ਤੂੰ ਨਹੀਂ ਇਹ ਕਰ ਸਕਦਾ, ਉਹ ਕਹਿੰਦਾ ਤੂੰ ਨਾਲ ਆ ਜਾ ਮੇਰੇ, ਆਪਾਂ ਮਿਲ ਕੇ ਕਰਦੇ ਹਾਂ। ਆਪਣੇ ਇਹ ਉਹੀ ਕਹਿ ਸਕਦਾ ਜਿਹਦੇ 'ਚ ਆਤਮ ਵਿਸ਼ਵਾਸ ਹੋਏਗਾ। ਤੇ ਨਹੀਂ ਤਾਂ ਤੁਸੀਂ ਦੇਖਿਓ ਕਈ ਵਾਰ ਕੋਈ ਕੰਮ ਕਰਦੇ ਹੋਵੋ ਨਾ, ਆ ਕੇ ਮਾਂ-ਬਾਪ ਹੀ ਕਹਿ ਦੇਣ ਵੀ ਪੁੱਤ ਤੂੰ ਨਹੀਂ ਏਦਾਂ ਕਰ ਸਕਦਾ, ਤਾਂ ਕਈ ਵਾਰ ਸਾਡਾ ਆਤਮ ਵਿਸ਼ਵਾਸ ਉੱਥੇ ਡਿੱਗ ਜਾਂਦਾ ਹੈ ਵੀ ਹਾਂ ਮਾਂ-ਬਾਪ ਨੇ ਕਹਿਤਾ ਹੁਣ ਮੈਂ ਨਹੀਂ ਕਰ ਸਕਦਾ ਬਸ। ਚਲੋ ਇੱਕ ਕਹਾਣੀ ਦੇ ਨਾਲ ਆਪਾਂ ਹੋਰ ਸਮਝੀਏ, ਫਿਰ ਅੱਗੇ ਵਧਦੇ ਹਾਂ। ਕਹਿੰਦੇ ਇੱਕ ਵਾਰ ਨਾ ਇੱਕ ਰਾਜਾ ਸੀ, ਗੱਲ ਨੈਗੇਟਿਵ ਪੋਜ਼ਿਟਿਵ ਦੀ ਕਰ ਰਹੇ ਹਾਂ। ਇੱਕ ਰਾਜਾ, ਉਸ ਰਾਜੇ ਦੇ ਮਹਿਲ ਦੇ ਵਿੱਚ ਇੱਕ ਬਹੁਤ ਵੱਡਾ ਅਜਾਇਬ ਘਰ ਬਣਿਆ ਹੋਇਆ। ਉਹਦੀਆਂ ਪੁਸਤਾਂ 'ਚ ਜਿਹੜੇ ਪਹਿਲੇ ਰਾਜੇ ਹੋਏ ਨਾ, ਉਹਦੇ ਪਿਤਾ ਜੀ, ਉਹਦੇ ਦਾਦਾ ਜੀ, ਪੜਦਾਦਾ ਜੀ, ਉਹ ਸਾਰੇ ਪਰਿਵਾਰ ਦੇ ਜਿੰਨੇ ਵੀ ਰਾਜੇ ਸੀ ਪਹਿਲੇ, ਉਹਨਾਂ ਰਾਜਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਅਜਾਇਬ ਘਰ 'ਚ, ਤੇ ਬੜੀਆਂ ਸੋਹਣੀਆਂ ਸੀ, ਦੇਖਣ ਨੂੰ ਬੜੀਆਂ ਚੰਗੀਆਂ ਲੱਗਦੀਆਂ। ਤੇ ਹੁਣ ਉਹ ਰਾਜੇ ਨੇ ਦੇਖਿਆ ਵੀ ਮੇਰੇ ਪੁਰਖੇ ਕਿੰਨੇ ਸੋਹਣੇ ਸੀ, ਦੇਖਣ ਨੂੰ ਕਿੰਨੇ ਚੰਗੇ ਲੱਗਦੇ ਸੀ, ਕਿੰਨਾ ਵਧੀਆ ਉਹਨਾਂ ਨੇ ਰਾਜ ਸਥਾਪਿਤ ਕੀਤਾ, ਪਰ ਮੇਰੇ ਵਿੱਚ 2 ਕਮਜ਼ੋਰੀਆਂ, ਉਸ ਰਾਜੇ 'ਚ 2 ਕਮਜ਼ੋਰੀਆਂ ਸੀ ਸਰੀਰ ਦੀਆਂ। ਪਹਿਲੀ ਕਮਜ਼ੋਰੀ ਸੀ ਕਿ ਉਹ ਇੱਕ ਅੱਖ ਤੋਂ ਕਾਣਾ ਸੀ, ਦੂਜੀ ਕਮਜ਼ੋਰੀ ਸੀ ਕਿ ਉਹ ਲੰਗੜਾ ਸੀ, ਉਹਦੇ ਇੱਕ ਲੱਤ ਨਹੀਂ ਸੀ। ਤਾਂ ਉਹਨਾਂ ਨੇ ਕਿਹਾ ਵੀ ਜਦੋਂ ਮੇਰੀ ਪੇਂਟਿੰਗ ਇੱਥੇ ਲੱਗੂਗੀ ਨਾ ਅਜਾਇਬ ਘਰ ਦੇ ਵਿੱਚ, ਤਾਂ ਮੇਰੀਆਂ ਅਗਲੀਆਂ ਪੁਸਤਾਂ ਮੇਰੇ ਤੇ ਹੱਸਿਆ ਕਰਨਗੀਆਂ ਵੀ ਸਾਡੇ ਦਾਦੇ ਪੜਦਾਦੇ ਕਿੰਨੇ ਸੋਹਣੇ, ਤੇ ਸਾਡਾ ਬਾਪੂ, ਸਾਡਾ ਪਿਤਾ ਜਿਹੜਾ ਰਾਜਾ ਸੀ, ਉਹ ਇਹੋ ਜਿਹਾ ਬਦਸੂਰਤ ਸੀ, ਏਦਾਂ ਦਾ ਸੀ। ਤਾਂ ਇਹ ਸੋਚ ਕੇ ਨਾ ਉਹਨੇ ਅਗਲੇ ਦਿਨ ਦਰਬਾਰ ਬੁਲਾਇਆ ਤੇ ਦਰਬਾਰ ਦੇ ਵਿੱਚ ਹੋਕਾ ਦੇਤਾ ਵੀ ਜਿੰਨੇ ਵੀ ਪੇਂਟਰ ਨੇ ਨਾ ਮੇਰੇ ਰਾਜ ਦੇ ਅੰਦਰ, ਉਹ ਸਾਰੇ ਮੇਰੇ ਦਰਬਾਰ 'ਚ ਆਉਣ। ਸਾਰੇ ਪਿੰਡ ਆ ਗਏ
ਤੇ ਉਹਨੇ ਆਪਣੀ ਗੱਲ ਦੱਸੀ, ਕਹਿੰਦਾ ਮੈਂ ਅਜਾਇਬ ਘਰ ਚ ਗਿਆ ਸੀ ਤੇ ਬੜੀਆਂ ਸੋਹਣੀਆਂ ਉੱਥੇ ਤਸਵੀਰਾਂ ਲੱਗੀਆਂ ਸੀ ਮੇਰੇ ਪੁਰਖਿਆਂ ਦੀਆਂ। ਹਾਂਜੀ, ਇੱਕ ਵਾਰ ਬੱਚੇ ਦੱਸਿਓ, ਇੱਕ ਵਾਰ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਵਾਹਿਗੁਰੂ ਜੀ, ਆਵਾਜ਼ ਆ ਰਹੀ ਜੀ? ਓਕੇ ਜੀ। ਹਾਂਜੀ, ਮੈਂ ਉੱਥੋਂ ਹੀ ਗੱਲ ਸ਼ੁਰੂ ਕਰਦਾ ਦੁਬਾਰਾ ਜੀ। ਉਹ ਰਾਜੇ ਨੇ ਨਾ ਪੇਂਟਰਾਂ ਨੂੰ ਦੱਸਿਆ ਕਿ ਏਦਾਂ ਕਰਕੇ ਮੈਨੂੰ ਸੋਹਣੀਆਂ ਬੜੀਆਂ ਲੱਗੀਆਂ, ਬੜੀਆਂ ਸੋਹਣੀਆਂ ਮੇਰੇ ਪੁਰਖਿਆਂ ਦੀਆਂ ਤਸਵੀਰਾਂ ਅਜਾਇਬ ਘਰ ਚ ਲੱਗੀਆਂ ਹੋਈਆਂ, ਤੇ ਮੈਂ ਚਾਹੁੰਦਾ ਮੇਰੀ ਵੀ ਕੋਈ ਏਦਾਂ ਦੀ ਸੁੰਦਰ ਤਸਵੀਰ ਲੱਗੇ ਤਾਂ ਕਿ ਮੇਰੀਆਂ ਆਉਣ ਵਾਲੀਆਂ ਪੁਸਤਾਂ ਮੇਰੇ ਤੇ ਮਾਣ ਕਰਨ। ਤੇ ਹੁਣ ਪੇਂਟਰ ਕਹਿਣ ਲੱਗੇ, ਉਹਨਾਂ ਨੇ ਸਾਰਿਆਂ ਨੇ ਦੇਖਿਆ ਵੀ ਰਾਜਾ ਹੈ ਇੱਕ ਕਾਣਾ ਤੇ ਇੱਕ ਇਹਦੀ ਲੱਤ ਖਰਾਬ, ਇਹਦੀ ਤਾਂ ਫੋਟੋ ਵਧੀਆ ਆ ਹੀ ਨਹੀਂ ਸਕਦੀ, ਇਹਦੀ ਪੇਂਟਿੰਗ ਕਿਵੇਂ ਵਧੀਆ ਬਣਾਵਾਂਗੇ ਅਸੀਂ। ਤਾਂ ਹੁਣ ਕੀ ਕੀਤਾ, ਉਹਨਾਂ ਸਾਰਿਆਂ ਦੇ ਵਿੱਚੋਂ ਨਾ ਇੱਕ ਪੇਂਟਰ ਸੀ, ਉਹਨੇ ਏਦਾਂ ਹੱਥ ਖੜਾ ਕੀਤਾ। ਉਹ ਕਹਿੰਦਾ ਰਾਜਾ ਸਾਹਿਬ, ਮੈਂ ਤੁਹਾਡੀ ਪੇਂਟਿੰਗ ਬੜੀ ਸੋਹਣੀ ਬਣਾ ਸਕਦਾ। ਤੇ ਹੁਣ ਰਾਜੇ ਨੇ 10 ਦਿਨ ਦਿੱਤੇ ਉਹਨੂੰ, ਕਹਿੰਦੇ 10 ਦਿਨਾਂ ਦੇ ਵਿੱਚ ਤੂੰ ਮੇਰੀ ਤਸਵੀਰ ਬਣਾ ਕੇ ਲਿਆਉਣੀ ਹੈ। ਹੁਣ 10ਵਾਂ ਦਿਨ ਆਇਆ ਤੇ ਉਹਨੇ ਮਿਹਨਤ ਦੇ ਨਾਲ ਇੱਕ ਤਸਵੀਰ ਬਣਾਈ, ਤੇ ਤਸਵੀਰ ਜਦੋਂ ਦਰਬਾਰ ਦੇ ਵਿੱਚ ਸਾਹਮਣੇ ਰੱਖੀ ਨਾ ਸਾਰਿਆਂ ਦੇ, ਹੌਲੀ ਹੌਲੀ ਉਹਦੇ ਤੋਂ ਪਰਦਾ ਚੁੱਕ ਰਿਹਾ ਤਾਂ ਸਾਰੇ ਹੈਰਾਨ ਹੋ ਗਏ। ਉਹ ਤਸਵੀਰ ਬੜੀ ਸੋਹਣੀ ਸੀ। ਕਿਵੇਂ? ਉਹ ਤਸਵੀਰ ਸੋਹਣੀ ਹੋਣ ਦਾ ਕਾਰਨ ਸੀ, ਉਹਨੇ ਦੇਖਿਆ ਵੀ ਰਾਜਾ ਕਾਣਾ ਹੈ, ਇਹਦੀ ਇੱਕ ਅੱਖ ਕੰਮ ਨਹੀਂ ਕਰਦੀ। ਉਹਨੇ ਸੋਚਿਆ ਵੀ ਦੂਜੀ ਅੱਖ ਤਾਂ ਹੈਗੀ ਹੈ ਨਾ ਰਾਜੇ ਕੋਲ, ਇੱਕ ਅੱਖ ਹੈ ਨਹੀਂ, ਨੈਗੇਟਿਵ ਪੁਆਇੰਟ, ਪਰ ਇੱਕ ਅੱਖ ਤਾਂ ਹੈਗੀ ਹੈ ਨਾ, ਪੋਜ਼ਿਟਿਵ ਪੁਆਇੰਟ ਲੱਭਿਆ। ਉਹਨੇ ਕੀ ਕੀਤਾ, ਰਾਜੇ ਨੂੰ ਪੇਂਟਿੰਗ ਦੇ ਵਿੱਚ ਬਣਾਇਆ ਵੀ ਰਾਜਾ ਤੀਰ ਅੰਦਾਜ਼ੀ ਕਰ ਰਿਹਾ ਹੈ, ਕਿਉਂਕਿ ਜਦੋਂ ਤੀਰ ਚਲਾਉਣਾ ਉਦੋਂ ਇੱਕ ਅੱਖ ਬੰਦ ਕਰਨੀ ਪੈਣੀ, ਤੇ ਰਾਜੇ ਦੀ ਆਟੋਮੈਟਿਕਲੀ ਇੱਕ ਅੱਖ ਬੰਦ ਹੈ, ਕਾਣਾ ਹੈ ਉਹ। ਉਹਨੇ ਪੇਂਟਿੰਗ ਦੇ ਵਿੱਚ ਇੱਕ ਅੱਖ ਬੰਦ ਕੀਤੀ ਤੇ ਰਾਜੇ ਨੂੰ ਸ਼ੋਅ ਕੀਤਾ ਵੀ ਉਹ ਤੀਰ ਚਲਾ ਰਿਹਾ ਹੈ। ਤੇ ਹੁਣ ਲੁਕਾਉਣੀ ਸੀ ਲੱਤ ਖਰਾਬ ਸੀ। ਹੁਣ ਲੱਤ ਲੁਕਾਉਣ ਲਈ ਉਹਨੇ ਕੀ ਕੀਤਾ, ਕਹਿੰਦਾ ਇੱਕ ਲੱਤ ਤਾਂ ਹੈਗੀ ਹੈ ਨਾ, ਸਾਈਡ ਪੋਜ ਬਣਾਇਆ ਕਿ ਰਾਜਾ ਘੋੜੇ ਤੇ ਬੈਠਾ ਹੋਇਆ ਹੈ। ਜਦੋਂ ਆਪਾਂ ਸਾਈਡ ਤੋਂ ਕਿਸੇ ਬੰਦੇ ਨੂੰ ਦੇਖਾਂਗੇ ਵੀ ਘੋੜੇ ਤੇ ਬੈਠਾ, ਉਹਦੀ ਇੱਕ ਲੱਤ ਲੁਕ ਜਾਣੀ ਹੈ। ਹੁਣ ਉਹ ਤਸਵੀਰ ਦੇਖ ਕੇ ਸਾਰੇ ਦਰਬਾਰੀ, ਸਾਰੇ ਵਜ਼ੀਰ ਗਦਗਦ ਹੋ ਗਏ। ਰਾਜੇ ਨੇ ਬੜਾ ਸ਼ੁਕਰਾਨਾ ਕੀਤਾ, ਕਹਿੰਦਾ ਬੜੀ ਵਧੀਆ ਪੇਂਟਿੰਗ ਬਣਾਈ ਤੂੰ ਮੇਰੀ। ਉਹ ਕਹਿੰਦਾ ਕਿਵੇਂ ਬਣਾਈ? ਤਾਂ ਪੇਂਟਰ ਕਹਿਣ ਲੱਗਿਆ, ਇਹ ਦੇਖ ਰਹੇ ਸੀ ਰਾਜੇ ਕੋਲ ਕੀ ਨਹੀਂ ਹੈ, ਇਹਦੀ ਇੱਕ ਅੱਖ ਨਹੀਂ ਹੈ, ਇਹਦੀ ਇੱਕ ਲੱਤ ਨਹੀਂ ਹੈ, ਤੇ ਮੈਂ ਦੇਖ ਰਿਹਾ ਸੀ ਫਿਰ ਕੀ ਹੋਇਆ ਜੇ ਇੱਕ ਅੱਖ ਨਹੀਂ, ਕੀ ਹੋਇਆ ਜੇ ਇੱਕ ਲੱਤ ਨਹੀਂ, ਬਾਕੀ ਤਾਂ ਸਾਰਾ ਸਰੀਰ ਹੈ ਨਾ, ਬਾਕੀ ਤਾਂ ਸਭ ਕੁਝ ਹੈ ਨਾ ਰਾਜੇ ਕੋਲ। ਤੇ ਰਾਜਾ ਸਾਹਿਬ ਉਹ ਨੈਗੇਟਿਵ ਦੇਖ ਰਹੇ ਸੀ ਤੇ ਮੈਂ ਪੋਜ਼ਿਟਿਵ ਦੇਖ ਰਿਹਾ ਸੀ, ਹਾਂ ਤੁਹਾਡੇ ਕੋਲ ਹੈ ਕੀ ਹੈ। ਜੇ ਸਾਨੂੰ ਕਿਤੇ ਇਦਾਂ ਦੇਖਣਾ ਆ ਜਾਏ ਕਿ ਜ਼ਿੰਦਗੀ ਦੇ ਅੰਦਰ ਬਹੁਤ ਵਾਰ ਅਸੀਂ ਜ਼ਿੰਦਗੀ ਨੂੰ ਇਦਾਂ ਹੀ ਦੇਖਦੇ ਹਾਂ, ਮੇਰੇ ਕੋਲ ਇਹ ਨਹੀਂ ਹੈ, ਉਹ ਨਹੀਂ ਹੈ, ਹਨਾ, ਤੇ ਪਰ ਜੋ ਤੇਰੇ ਕੋਲ ਹੈ ਉਹਦਾ ਸ਼ੁਕਰਾਨਾ ਕਿੰਨਾ ਕੀਤਾ ਸੀ, ਜੋ ਸਾਡੇ ਕੋਲ ਹੈ। ਬਹੁਤ ਲੋਕ ਨੇ ਜਿਨ੍ਹਾਂ ਕੋਲ ਅੱਖਾਂ ਹੈ ਨਹੀਂ ਪਰ ਅਸੀਂ ਦੁਨੀਆ ਨੂੰ ਦੇਖ ਰਹੇ ਹਾਂ। ਬਹੁਤ ਲੋਕ ਨੇ ਜਿਨ੍ਹਾਂ ਕੋਲ ਹੱਥ ਹੈ ਨਹੀਂ ਪਰ ਇਹਨਾਂ ਹੱਥਾਂ ਦੇ ਨਾਲ ਮੈਂ ਕਿੰਨੇ ਸੋਹਣੇ ਸੋਹਣੇ ਕਾਰਜ ਕਰ ਰਹੇ ਹਾਂ। ਸੋ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਹੈ, ਵਿਚਾਰਨਾ ਚਾਹੀਦਾ ਕਿ ਜ਼ਿੰਦਗੀ ਦੇ ਅੰਦਰ ਪੋਜ਼ਿਟਿਵ ਪੁਆਇੰਟ ਲੈ ਕੇ ਅਸੀਂ ਅੱਗੇ ਵਧੀਏ। ਇਹ ਤਾਂ ਹੀ ਵੱਧ ਸਕਦੇ ਆ ਜੇ ਅਸੀਂ ਆਪਣੇ ਫੇਲੀਅਰ ਤੋਂ ਸਿੱਖਾਂਗੇ। ਆਤਮ ਵਿਸ਼ਵਾਸ ਨੂੰ ਇਨਕਰੀਜ਼ ਕਰਨ ਦਾ, ਵਧਾਉਣ ਦਾ ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ। ਕਿਉਂਕਿ ਜਿੰਨੇ ਵੀ ਅਸੀਂ ਫਿਲਾਸਫਰ ਦੇਖਦੇ ਆ ਨਾ, ਜਿੰਨੇ ਵੀ ਸਾਇੰਟਿਸਟ ਨੇ, ਉਹਨਾਂ ਦੀਆਂ ਖੋਜਾਂ ਨੂੰ ਤੁਸੀਂ ਦੇਖੋ, ਉਹਨਾਂ ਦੀ ਰਿਸਰਚ ਨੂੰ ਦੇਖੋ, ਤਾਂ ਉਹ ਪਹਿਲੀ ਵਾਰ 'ਚ ਹੀ ਪਾਸ ਨਹੀਂ ਹੋ ਗਏ। ਜਿਨ੍ਹਾਂ ਖੋਜਾਂ ਸਦਕਾ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹ ਖੋਜ ਉਹਨਾਂ ਨੇ ਪਹਿਲੀ ਵਾਰ 'ਚ ਹੀ ਨਹੀਂ ਕਰ ਲਈ। ਉਹ ਖੋਜ ਦੇ ਵਿੱਚ ਕਿੰਨੇ ਫੇਲੀਅਰ ਸੀ ਉਹਨਾਂ ਦੇ। ਜਿਹਨੇ ਹੈਲੀਕਾਪਟਰ ਬਣਾਇਆ, ਪਤਾ ਨਹੀਂ ਕਿੰਨੇ ਹੈਲੀਕਾਪਟਰ ਉਹਦੇ ਫੇਲ ਹੋ ਗਏ ਹੋਣ। ਜਿਨ੍ਹਾਂ ਨੇ ਲਾਈਟ ਦੀ ਬਲਬ ਦੀ ਖੋਜ ਕੀਤੀ, ਪਤਾ ਨਹੀਂ ਕਿੰਨੇ ਕੁ ਬਲਬ ਬਣਾ ਕੇ ਅੱਕ ਚੁੱਕੇ ਹੋਣੇ ਪਹਿਲਾਂ, ਤੇ ਅਖੀਰ ਤੇ ਜਾ ਕੇ ਕਾਮਯਾਬੀ ਮਿਲੀ ਹੈ।
ਸੋ ਇਸ ਕਰਕੇ ਇਹ ਕਾਮਯਾਬੀ ਸਾਨੂੰ ਤਾਈਓ ਮਿਲਦੀ ਹੈ ਜੇ ਸਾਡੇ ਅੰਦਰ ਬਦਲਣ ਦੀ ਸਵੈ ਇੱਛਾ ਹੋਵੇ। ਮੈਂ ਇੱਕ ਵਾਰ ਸ਼ਾਰਟ ਟਰਮ ਦੇ ਵਿੱਚ ਆਪਣੇ ਲੈਕਚਰ ਨੂੰ ਸਮੇਟਦੇ ਹਾਂ। ਸਾਡਾ ਆਤਮ ਵਿਸ਼ਵਾਸ ਤਾਂ ਵੱਧ ਸਕਦਾ ਹੈ ਜੇ ਸਾਡੇ ਅੰਦਰ ਬਦਲਣ ਦੀ ਇੱਛਾ ਹੋਊਗੀ, ਤੇ ਬਦਲਣ ਦੀ ਇੱਛਾ ਸਾਡੇ ਚ ਤਾਂ ਪੈਦਾ ਹੁੰਦੀ ਹੈ ਜੇ ਸਾਡੇ ਕੋਲ ਆਪਣੀ ਗਲਤੀ ਮੰਨਣ ਦਾ ਹੌਸਲਾ ਹੋਊਗਾ। ਇਹ ਪੁਆਇੰਟ ਆਪਣਾ ਰਹਿ ਗਿਆ ਸੀ, ਉਸ ਦਿਨ ਆਪਾਂ ਡਿਸਕਸ ਕਰ ਰਹੇ ਸੀ। ਕਿਉਂਕਿ ਗਲਤੀ ਮੰਨਣਾ ਬੜਾ ਲਾਜ਼ਮੀ ਹੈ। ਜਿੰਨੇ ਵੀ ਪੋਲੀਟੀਕਲ, ਜਿੰਨੇ ਵੀ ਧਾਰਮਿਕ ਤੇ ਜਿੰਨੇ ਵੀ ਪਰਿਵਾਰਕ ਝਗੜੇ ਆ ਨਾ, ਸਾਰਿਆਂ ਦਾ ਕਾਰਨ ਇਹ ਹੈ ਕਿ ਗਲਤੀਆਂ ਹੋਈਆਂ ਨੇ, ਪਰ ਉਹਨਾਂ ਗਲਤੀਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾ। ਗਲਤੀਆਂ ਨੂੰ ਪ੍ਰਵਾਨ ਕਰਨਾ, ਗਲਤੀਆਂ ਨੂੰ ਅਸੈਪਟ ਕਰਨਾ, ਉਹਨਾਂ ਦੀ ਜ਼ਿੰਮੇਵਾਰੀ ਲੈਣਾ ਵੀ ਹਾਂ ਮੇਰੇ ਤੋਂ ਇਹ ਗਲਤ ਹੋਇਆ, ਤਾਂ ਜ਼ਿੰਦਗੀ ਬੜੀ ਖੁੱਲੀ ਹੋ ਜਾਂਦੀ ਆ, ਜ਼ਿੰਦਗੀ ਬੜੀ ਫਰੈਂਕ ਹੋ ਜਾਂਦੀ ਆ। ਨਹੀਂ ਤਾਂ ਬੰਦਾ ਡਰ ਡਰ ਕੇ ਘੁੱਟ ਕੇ ਜ਼ਿੰਦਗੀ ਜਿਉਂਦਾ, ਜੋ ਮੈਂ ਕੀਤਾ ਕਿਤੇ ਉਹਦਾ ਮੈਨੂੰ ਪਤਾ ਨਾ ਲੱਗ ਜੇ, ਕਿਸੇ ਨੂੰ ਕਿਤੇ ਖਬਰ ਨਾ ਹੋ ਜੇ ਮੈਂ ਇਹ ਗਲਤੀ ਕੀਤੀ ਆ। ਜਦੋਂ ਅਸੀਂ ਆਪਣੀ ਗਲਤੀ ਦੀ ਖੁਦ ਰਿਸਪੌਂਸਿਬਿਲਿਟੀ ਲੈਣੀ ਸਿੱਖ ਲਈ, ਸੋ ਰੋ ਵਿਚਾਰ ਆਪਾਂ ਗੱਲ ਸਮੇਟੀਏ, ਖੁਦ ਦੀਆਂ ਗਲਤੀਆਂ ਨੂੰ ਕਬੂਲ ਕਰਨਾ ਸਿੱਖ ਲਈਏ, ਬਦਲਣ ਦੀ ਸਵੈ ਇੱਛਾ ਆਪਣੇ ਅੰਦਰ ਲੈ ਕੇ ਆਈਏ, ਤੇ ਤੀਜਾ ਆਪਣੇ ਅੰਦਰ ਸਵਾਲ ਪੈਦਾ ਕਰਨੇ ਸ਼ੁਰੂ ਕਰੀਏ। ਜੋ ਕੁਝ ਵੀ ਦੇਖ ਰਹੇ ਆ ਦੁਨੀਆ 'ਚ, ਉਹਨੂੰ ਆਬਜ਼ਰਵ ਕਰਕੇ, ਉਹਨੂੰ ਦੇਖ ਕੇ ਆਪਣੇ ਮਨ 'ਚ ਸਵਾਲ ਪੈਦਾ ਕਰਨੇ ਸ਼ੁਰੂ ਕਰੋ। ਤੇ ਚੌਥਾ, ਨੈਗੇਟਿਵ ਪੁਆਇੰਟ ਛੱਡਦੇ ਜਾਓ ਜ਼ਿੰਦਗੀ 'ਚ, ਤੇ ਪੋਜ਼ਿਟਿਵ ਨੂੰ ਚੱਕਣਾ ਕਰੋ। ਕਿਉਂਕਿ ਦੁਨੀਆ 'ਚ ਬਹੁਤ ਕੁਝ ਹੈ, ਜਿੱਥੇ ਔਗਣ ਨੇ ਉੱਥੇ ਗੁਣ ਵੀ ਪਏ ਨੇ। ਕਿਸੇ ਬੰਦੇ ਨੂੰ ਪੂਜਣਾ ਨਾ ਕਰੋ, ਕਿਸੇ ਬੰਦੇ ਨੂੰ ਆਪਣਾ ਰੋਲ ਮਾਡਲ ਨਾ ਬਣਾਓ। ਰੋਲ ਮਾਡਲ ਸਾਡੇ ਗੁਣ ਨੇ, ਗੁਰੂ ਨੇ। ਇਨਸਾਨ 'ਚ ਕੁਝ ਗੁਣ ਹੁੰਦੇ ਆ ਤੇ ਕੁਝ ਔਗਣ ਹੁੰਦੇ ਆ, ਬਸ ਗੁਣ ਲੈ ਲਓ ਉਹਦੇ ਤੋਂ ਤੇ ਔਗਣ ਛੱਡ ਦਿਓ। ਇਸੇ ਕਰਕੇ ਪਾਤਸ਼ਾਹ ਨੇ ਕਿਸੇ ਇੱਕ ਬੰਦੇ ਦੀ ਤਾਰੀਫ ਨਹੀਂ ਕੀਤੀ ਦੀ ਗੱਲ ਕੀਤੀ ਹੈ, ਇਹਦੇ ਵਿੱਚ ਆ ਗੁਣ ਸੀ ਤੇ ਆ ਔਗਣ ਸੀ, ਗੁਣ ਲੈ ਲਓ, ਔਗਣ ਛੱਡ ਦਿਓ। ਕਿਉਂਕਿ ਕੋਈ ਵੀ ਬੰਦਾ ਜ਼ਿੰਦਗੀ 'ਚ ਪਰਫੈਕਟ ਨਹੀਂ ਹੁੰਦਾ, ਕੋਈ ਵੀ ਇਨਸਾਨ ਪਰਫੈਕਟ ਨਹੀਂ। ਜਿਹਨੂੰ ਅਸੀਂ ਸਾਹਮਣੇ ਤੋਂ ਦੇਖ ਰਹੇ ਹਾਂ ਨਾ ਵੀ ਇਹ ਬੰਦਾ ਵੀ ਬੜਾ ਗੁਣੀ ਹੈ, ਬੜਾ ਚੰਗਾ ਹੈ, ਪਤਾ ਹੀ ਨਹੀਂ ਉਹਦੀਆਂ ਕਿੰਨੀਆਂ ਗਲਤੀਆਂ ਸਾਡੀਆਂ ਅੱਖਾਂ ਤੋਂ ਪਰੋਖੇ ਹੋਣੀਆਂ, ਅੱਖਾਂ ਤੋਂ ਓਹਲੇ ਹੋਣਗੀਆਂ। ਸੋ ਪਰਫੈਕਟ ਕੋਈ ਨਹੀਂ ਹੈ, ਹਾਂ ਗੁਣ ਲੈਂਦੇ ਜਾਓ ਤੇ ਔਗਣ ਛੱਡਦੇ ਜਾਓ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਸਵੈ ਇੱਛਾ ਦੇ ਨਾਲ ਆਪਣੀਆਂ ਗਲਤੀਆਂ ਨੂੰ ਮੰਨ ਕੇ ਪੋਜ਼ਿਟਿਵ ਥਿੰਕਿੰਗ ਦੇ ਨਾਲ ਆਪਣੇ ਆਤਮ ਵਿਸ਼ਵਾਸ ਨੂੰ ਵਧਾ ਸਕਦੇ ਹਾਂ ਜੀ। ਸੋ ਇੱਥੇ ਹੀ ਮੈਂ ਆਪਣਾ ਲੈਕਚਰ ਹੈ ਜਿਹੜਾ ਸਮੇਟਦਾ, ਕਿਉਂਕਿ ਤਕਰੀਬਨ ਸੋ ਸਾਰਿਆਂ ਦਾ ਧੰਨਵਾਦ, ਬੜੇ ਪਿਆਰ ਨਾਲ ਸੁਣਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਅਮਰਜੀਤ ਸਿੰਘ ਜੀ ਵਾਂਗੇਵਾਲ ਤੋਂ, ਜਿਨ੍ਹਾਂ ਨੇ ਵਿਕਾਸ, ਮਨ ਦਾ ਵਿਕਾਸ, ਅਸੀਂ ਗੁਰਬਾਣੀ ਪੜ੍ਹ ਕੇ ਕਿਵੇਂ ਵਿਕਾਸ ਕਰਨਾ ਹੈ, ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਨੂੰ ਸਮਝ ਕੇ ਕਿਵੇਂ ਵਿਕਾਸ ਕਰਨਾ, ਆਤਮਿਕ ਵਿਕਾਸ। ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ। ਬਹੁਤ ਬਹੁਤ ਧੰਨਵਾਦ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ। ਹੁਣ ਬੱਚਿਆਂ ਦੇ ਇਸ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਹੈ ਤੇ ਉਹ ਆਪਾਂ ਹੈਂਡ ਰੇਜ਼ ਲਵਾਂਗੇ ਜੀ। ਹਾਂਜੀ ਬੇਟਾ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੇਟਾ ਬੋਲੋ। ਵਾਹਿਗੁਰੂ ਜੀ। ਬੋਲੋ ਜੀ ਬੋਲੋ, ਆ ਰਹੀ ਆਵਾਜ਼ ਤੁਹਾਡੀ, ਬੋਲੋ। ਮੈਮ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਹਾਂਜੀ। ਮੈਮ ਮੇਰੇ ਦੋ ਕੁਐਸਚਨ ਸੀ ਜੀ। ਹਾਂਜੀ ਹਾਂਜੀ। ਮੈਮ ਇੱਕ ਤਾਂ ਜੀ ਅਸੀਂ ਆਪਣੇ ਅੰਦਰ ਸਬਰ ਕਿਵੇਂ ਲੈ ਕੇ ਆ ਸਕਦੇ ਹਾਂ, ਤੇ ਇੱਕ ਅਸੀਂ ਆਪਣੇ ਅੰਦਰ ਗੁਣ ਕਿਵੇਂ ਲੈ ਕੇ ਆ ਸਕਦੇ ਹਾਂ? ਜੀ ਸ਼ਾਇਦ ਚਲੇ ਗਏ ਜੀ। ਹਾਂਜੀ, ਨਹੀਂ ਅਨਮਿਊਟ ਨਹੀਂ ਸੀ ਹੋ ਰਿਹਾ ਜੀ, ਅਨਮਿਊਟ ਨਹੀਂ ਅੱਛਾ ਸੀ ਜੀ, ਹੋ ਰਿਹਾ ਅੱਛਾ ਜੀ, ਅੱਛਾ ਜੀ। ਹਾਂਜੀ, ਇਹ ਬੱਚੀ ਨੇ ਸਵਾਲ ਕੀਤਾ ਹਾਂਜੀ ਕਿ ਜ਼ਿੰਦਗੀ ਦੇ ਅੰਦਰ ਅਸੀਂ ਸਬਰ ਕਿਵੇਂ ਲੈ ਕੇ ਆਈਏ। ਕਿਉਂਕਿ ਬਹੁਤ ਵਾਰ ਜ਼ਿੰਦਗੀ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਅਸੀਂ ਕਹਿ ਦਿੰਦੇ ਹਾਂ ਚਿੰਤਾ ਨਹੀਂ ਕਰਨੀ ਚਾਹੀਦੀ, ਗੁੱਸਾ ਨਹੀਂ ਕਰਨਾ ਚਾਹੀਦਾ, ਹਨਾ, ਸਬਰ ਦੇ ਵਿੱਚ ਰਹਿਣਾ ਚਾਹੀਦਾ, ਪਰ ਇਹ ਕਰਨਾ ਕਿਵੇਂ ਆ ਅਸੀਂ, ਇਹਦਾ ਸਾਨੂੰ ਕੋਈ ਫਾਰਮੂਲਾ ਨਹੀਂ ਲੱਭਦਾ, ਹਨਾ। ਬਹੁਤ ਵਾਰ ਇਹਦਾ ਰੀਜ਼ਨ ਇਹ ਹੁੰਦਾ ਕਿ ਜਿਹੜਾ ਸਾਡਾ ਮਨ ਆ ਨਾ, ਬੜਾ ਚੰਚਲ ਆ, ਬੜਾ ਚੰਚਲ, ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਨੂੰ ਬਿੰਦ ਲਾਉਂਦਾ, ਇਹ ਥੋੜੇ ਸਮੇਂ ਦੇ ਵਿੱਚ ਹੀ ਪੂਰਾ ਡਿਸਟੈਂਸ ਕਵਰ ਕਰ ਲੈਂਦਾ। ਇਹਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਟਾਈਮ ਬਾਉਂਡ ਕਰੀਏ ਥੋੜਾ ਜਿਹਾ ਨਾ ਆਪਣੇ ਸਮੇਂ ਨੂੰ,
ਬੰਨ ਕੇ ਰੱਖੀਏ। ਬਹੁਤ ਘੱਟ ਬੱਚੇ ਹੋਣੇ ਆ ਜਿਵੇਂ ਤੁਹਾਡੇ ਵਿੱਚ ਇੱਥੇ ਜਿਨ੍ਹਾਂ ਨੇ ਆਪਣਾ ਟਾਈਮ ਟੇਬਲ ਬਣਾਇਆ ਹੋਣਾ, ਕਿਉਂਕਿ ਅਸੀਂ ਟਾਈਮ ਨਾ ਬੜਾ ਖੁੱਲਾ ਛੱਡ ਰੱਖਿਆ, ਏਦਾਂ ਰੱਖ ਰੱਖਿਆ ਵੀ ਸਾਡੇ ਕੋਲ ਬੜਾ ਖੁੱਲਾ ਟਾਈਮ ਆ, ਹੈਨਾ। ਪਰ ਗੁਰੂ ਸਾਹਿਬ ਜੀ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਣਾ। ਜੋ ਇੱਕ ਸਾਹ ਚੱਲ ਰਿਹਾ ਸਿਰਫ ਇਹੀ ਆ ਮੇਰੀ ਜ਼ਿੰਦਗੀ, ਜੋ ਬੀਤ ਗਿਆ ਉਹ ਬੀਤ ਚੁੱਕਿਆ ਤੇ ਜੋ ਆਉਣਾ ਹੈ ਉਹਦਾ ਹਜੇ ਭਰੋਸਾ ਹੈ ਨਹੀਂ, ਭਵਿੱਖ ਬਾਰੇ ਪਤਾ ਕੋਈ ਨਹੀਂ। ਮੇਰੀ ਜ਼ਿੰਦਗੀ ਬੜੀ ਛੋਟੀ ਹੈ ਤੇ ਜਦੋਂ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਮੈਂ ਟਾਈਮ ਬਾਉਂਡ ਕਰ ਲਵਾਂਗਾ ਨਾ, ਜਿਵੇਂ ਆਪਾਂ ਸਿਆਣੇ ਕਹਿੰਦੇ ਹੁੰਦੇ ਆ ਵੀ ਰਾਵਣ ਨੇ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ, ਹੈਨਾ, ਤਾਂ ਉਹ ਹੋ ਗਿਆ ਆਪਣਾ ਟਾਈਮ ਟੇਬਲ ਬਣਾ ਲੈਣਾ, ਆਪਣੇ ਟਾਈਮ ਨੂੰ ਇੱਕ ਦਿਸ਼ਾ ਦੇ ਦੇਣੀ ਆ, ਆਪਣੇ ਟਾਈਮ ਨੂੰ ਬਾਉਂਡ ਕਰਦੇ ਆ ਨਾ ਤਾਂ ਆਵਾਜ਼ ਕੱਟੀ ਜਾਂਦੀ ਹੈ ਜੀ ਤੁਹਾਡੀ। ਜੀ 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 ਵਾਹਿਗੁਰੂ ਜੀ। ਸੋ ਇਹਦਾ ਜਵਾਬ ਇਹੀ ਹੈ ਆਵਾਜ਼ ਕਿ ਕੱਟੀ ਜਾ ਰਹੀ ਹੈ, ਆਵਾਜ਼ ਕੱਟੀ ਜਾ ਰਹੀ ਤੁਹਾਡੀ ਵਿਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੋਲੋ ਬੇਟਾ। ਮੈਮ ਮੇਰਾ ਕੁਐਸਚਨ ਇਹ ਹੈ, ਜੋ ਸਰ ਨੇ ਬੋਲਿਆ ਸਾਡੇ ਲਈ ਸਾਨੂੰ ਆਤਮ ਵਿਸ਼ਵਾਸ ਜਗਾਉਣਾ ਚਾਹੀਦਾ ਹੈ, ਉਹਦਾ ਵਿਕਾਸ ਕਰਨਾ ਚਾਹੀਦਾ ਹੈ। ਮੈਂ ਇਹ ਪੁੱਛਣਾ ਹੈ ਸਾਡੇ ਲਈ ਆਤਮ ਵਿਸ਼ਵਾਸ ਦਾ ਵਿਕਾਸ ਜ਼ਰੂਰੀ ਕਿਉਂ ਹੈ? ਹਾਂਜੀ, ਬੱਚੇ ਨੇ ਸਵਾਲ ਕੀਤਾ ਜੀ ਆਤਮ ਵਿਸ਼ਵਾਸ ਜ਼ਰੂਰੀ ਕਿਉਂ ਆ। ਕਿਉਂਕਿ ਗੁਰਬਾਣੀ ਆਖਦੇ ਵੀ ਸਾਡੇ ਗੁਣ ਨੇ ਨਾ, ਅਸਲ ਦੇ ਵਿੱਚ ਉਹ ਸਾਡੇ ਸੱਜਣ ਨੇ, ਮਤਲਬ ਸਾਡੇ ਮਿੱਤਰ ਨੇ, ਤੇ ਇਹਨਾਂ ਗੁਣਾਂ ਦੇ ਵਿੱਚ ਵੀ ਇੱਕ ਆਤਮ ਵਿਸ਼ਵਾਸ ਆ। ਜਿਵੇਂ ਇਮਾਨਦਾਰੀ ਇੱਕ ਗੁਣ ਆ, ਸਹਿਜ ਇੱਕ ਗੁਣ ਆ, ਆਤਮ ਵਿਸ਼ਵਾਸ ਵੀ ਇੱਕ ਗੁਣ ਆ। ਜਿੰਨਾ ਚਿਰ ਆਤਮ ਵਿਸ਼ਵਾਸ ਨਹੀਂ ਹੁੰਦਾ, ਜੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਤਮ ਵਿਸ਼ਵਾਸ ਨਾ ਹੁੰਦਾ ਤਾਂ ਬਾਬਰ ਨੂੰ ਜਾਬਰ ਨਹੀਂ ਸੀ ਕਹੇ ਹੋਣਾ ਪੁੱਤ। ਜੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਤਮ ਵਿਸ਼ਵਾਸ ਨਾ ਹੁੰਦਾ ਤਾਂ 58,000 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਰਾਜਨੀਤਿਕ ਤੇ ਧਾਰਮਿਕ ਲੋਕਾਂ ਦੇ ਨਾਲ ਸੰਵਾਦ ਨਹੀਂ ਸੀ ਹੋਣੇ, ਫਿਰ ਸਾਡੇ ਸਾਹਮਣੇ ਉਹ ਹਿਸਟਰੀ ਨਹੀਂ ਸੀ ਹੋਣੀ ਜਿਹੜੀ ਅਸੀਂ ਅੱਜ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਪੜ੍ਹਦੇ ਹਾਂ। ਤੇ ਅਸੀਂ ਵੀ ਆਪਣੀ ਜ਼ਿੰਦਗੀ ਦੀ ਉਹ ਇੱਕ ਹਿਸਟਰੀ ਏਦਾਂ ਬਣਾ ਸਕਦੇ ਹਾਂ ਜੇ ਸਾਡੇ ਚ ਆਤਮ ਵਿਸ਼ਵਾਸ ਹੋਏ, ਖੁਦ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਕੇ ਜੋ ਕੁਝ ਰਾਜਨੀਤਿਕ ਗਲਤ ਹੋ ਰਿਹਾ, ਜੋ ਕੁਝ ਧਾਰਮਿਕ ਜਗਤ ਦੇ ਵਿੱਚ ਗਲਤ ਹੋ ਰਿਹਾ, ਜੋ ਸਾਡੇ ਪਰਿਵਾਰ 'ਚ ਗਲਤ ਹੋ ਰਿਹਾ, ਅਸੀਂ ਉਹਨੂੰ ਟੋਕਣ ਦੀ, ਰੋਕਣ ਦੀ, ਸਵਾਲ ਕਰਨ ਦੀ ਹਿੰਮਤ ਹੀ ਤਾਂ ਕਰ ਸਕਾਂਗੇ ਜੇ ਸਾਡੇ 'ਚ ਕੌਨਫੀਡੈਂਸ ਹੋਏਗਾ। ਜੇ ਸੈਲਫ ਕੌਨਫੀਡੈਂਸ ਨਹੀਂ ਹੋਏਗਾ ਫਿਰ ਅਸੀਂ ਸਿਰਫ ਆਪਣੀਆਂ ਗਰਜਾਂ ਖਾਤਰ ਸਿਰਫ ਕੁਝ ਨਾ ਕੁਝ ਮਤਲਬ ਆਪਣੇ ਆਪ ਤੱਕ ਜ਼ਿੰਦਗੀ ਆ ਜਿਹੜੀ ਸਮੇਟ ਕੇ ਬੜਿਆ ਦਾਇਰਾ ਜਿਹੜਾ ਸਾਡਾ ਬੜਾ ਸੀਮਤ ਰਹਿ ਜਾਣਾ। ਫਿਰ ਅਸੀਂ ਸਮਾਜ ਲਈ ਕੁਝ ਕਰ ਨਹੀਂ ਸਕਾਂਗੇ। ਸਮਾਜ ਦੇ ਲਈ ਤਾਂ ਹੀ ਕਰ ਸਕਾਂਗੇ ਜੇ ਸਾਡੇ 'ਚ ਆਤਮ ਵਿਸ਼ਵਾਸ ਹੋਏਗਾ। ਆਤਮ ਵਿਸ਼ਵਾਸ ਦਾ ਹੋਣਾ ਬੜਾ ਲਾਜ਼ਮੀ ਆ। ਹਾਂਜੀ, ਬਹੁਤ ਧੰਨਵਾਦ ਜੀ ਬੇਟਾ, ਤੁਹਾਡੇ 'ਚ ਆਤਮ ਵਿਸ਼ਵਾਸ ਸੀ, ਤੁਸੀਂ ਤਾਂ ਹੀ ਸਵਾਲ ਕੀਤਾ। ਬਹੁਤ ਸਾਰੇ ਬੱਚੇ ਬੈਠੇ ਸੋਚੀ ਜਾਂਦੇ ਹੁੰਦੇ ਆ ਮੈਂ ਵੀ ਕੁਝ ਬੋਲਣਾ, ਅੱਜ ਮੈਂ ਵੀ ਬੋਲਣਾ, ਅੱਜ ਮੈਂ ਵੀ ਸਵਾਲ ਕਰਨਾ, ਪਰ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਉਹੀ ਕਮੀ ਹੁੰਦੀ ਹੈ ਕਿ ਆਪਣਾ ਸਵਾਲ ਸਾਹਮਣੇ ਰੱਖ ਨਹੀਂ ਸਕਦੇ। ਤੁਹਾਡੇ ਵਿੱਚ ਆਤਮ ਵਿਸ਼ਵਾਸ ਕਰਕੇ ਹੀ ਤੁਸੀਂ ਆਪਣਾ ਸਵਾਲ ਲੈ ਕੇ ਆਏ ਆ ਜੀ। ਸੋ ਹਾਂਜੀ ਬੇਟਾ ਜੀ ਅੱਗੇ। ਹਾਂਜੀ ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਮੈਮ ਮੇਰਾ ਸਵਾਲ ਇਹ ਸੀ ਵੀ ਜਿਹੜਾ ਆਪਣੇ ਵਿੱਚ ਕੌਨਫੀਡੈਂਸ ਉਹਨੂੰ ਬਰਕਰਾਰ ਕਿਵੇਂ ਰੱਖੀਏ, ਉਹਨੂੰ ਓਵਰ ਕੌਨਫੀਡੈਂਸ ਕਿਵੇਂ ਨਾ ਹੋਣ ਦਈਏ। ਅੱਛਾ ਜੀ। ਜੀ ਹਾਂਜੀ ਕੌਨਫੀਡੈਂਸ ਤੇ ਓਵਰ ਕੌਨਫੀਡੈਂਸ ਦੇ ਵਿੱਚ ਬਹੁਤ ਫਰਕ ਹੁੰਦਾ। ਜਿਵੇਂ ਦੇਖੋ ਇੱਕ ਉਦਾਹਰਨ ਦੇ ਨਾਲ ਆਪਾਂ ਸਮਝ ਲੈਂਦੇ ਆ ਵੀ ਸਾਹਮਣੇ ਨਾ ਕੋਈ ਵੱਡਾ ਤਲਾਬ ਹੋਵੇ, ਕੋਈ ਵੱਡਾ ਤਲਾਬ ਆ ਜਿਹੜੀ ਡੂੰਘਾਈ ਵੀ ਮੰਨ ਲਓ ਵੀ 20-25 ਫੁੱਟ ਹੋਵੇ ਤੇ ਉਹਦੇ ਵਿੱਚ ਤੁਸੀਂ ਕਹੋ ਵੀ ਹਾਂ ਮੈਂ ਇਹਦੇ 'ਚ ਤੈਰ ਸਕਦੀ ਹਾਂ, ਮੈਂ ਇਹਦੇ 'ਚ ਤੈਰ ਸਕਦੀ ਹਾਂ, ਤਾਂ ਇਹ ਤੁਹਾਡੀ ਜਿਹੜੀ ਸਟੇਟਮੈਂਟ ਆ ਨਾ ਇਹ ਓਵਰ ਕੌਨਫੀਡੈਂਸ ਆ, ਓਵਰ ਕੌਨਫੀਡੈਂਸ ਦੇ ਵਿੱਚੋਂ ਨਿਕਲੀ ਆ। ਬਟ ਹਾਂ ਤੁਸੀਂ ਉੱਥੇ ਇਹ ਗੱਲ ਆਖੋ ਵੀ ਹਾਂ ਮੈਂ ਤੈਰਨ ਦੀ ਕੋਸ਼ਿਸ਼ ਕਰ ਸਕਦੀ ਹਾਂ, ਮੈਂ ਪਹਿਲਾਂ ਇਹਨੂੰ ਸਿੱਖਾਂਗੀ। ਜਿੱਥੇ ਹਲਕਾ ਪਾਣੀ ਆ, ਮਤਲਬ ਥੋੜਾ ਪਾਣੀ ਆ, ਕੋਈ ਸਵੀਮਿੰਗ ਪੂਲ ਬਣਿਆ, ਕੁਝ ਹੋਰ ਬਣਿਆ ਨਾ, ਉੱਥੇ ਤੁਸੀਂ ਕੋਸ਼ਿਸ਼ ਕੀਤੀ ਸਿੱਖਣ ਦੀ ਤੇ ਹੌਲੀ ਹੌਲੀ ਜ਼ਿਆਦਾ ਪਾਣੀ ਦੇ ਵਿੱਚ ਤੈਰਦੇ ਗਏ ਤੇ ਹੌਲੀ ਹੌਲੀ ਪ੍ਰੈਕਟਿਸ ਕਰਦੇ ਹੋਏ ਹੁਣ ਤੁਸੀਂ ਵੱਡੇ ਤਲਾਬ ਦੇ ਵਿੱਚ ਵੀ ਤੈਰ ਸਕਦੇ ਹੋ। ਹੁਣ ਇਹ ਸੀਗਾ ਕੌਨਫੀਡੈਂਸ ਦਾ ਬੈਲੈਂਸ ਹੋ ਜਾਣਾ। ਠੀਕ ਹੈ ਨਾ, ਤੁਸੀਂ ਗੱਡੀ ਚਲਾ ਰਹੇ ਹੋ ਤਾਂ ਗੱਡੀ ਨੂੰ ਪਹਿਲਾਂ ਸਿੱਖਣਾ ਪੈਣਾ ਨਾ। ਜੇ ਤੁਸੀਂ ਪਹਿਲਾਂ ਹੀ ਸਟੇਟਮੈਂਟ ਇਹ ਦਿੱਤੀ ਹਾਂ ਮੈਂ ਇਹ ਗੱਡੀ ਨੂੰ ਚਲਾ ਸਕਦਾ, ਇਹ ਤੁਹਾਡਾ ਓਵਰ ਕੌਨਫੀਡੈਂਸ ਆ।
ਮੈਂ ਇਹ ਕੰਮ ਕਰ ਸਕਦਾ, ਇਹ ਓਵਰ ਕੌਨਫੀਡੈਂਸ। ਹਾਂ, ਉਸ ਕੰਮ ਨੂੰ ਕਰਨ ਦੀ ਪ੍ਰੈਕਟਿਸ, ਉਸ ਕੰਮ ਨੂੰ ਕਰਨ ਦੀ ਮਿਹਨਤ, ਉਹ ਵਾਰ-ਵਾਰ ਕਰਦੇ ਰਹਿਣਾ ਤੇ ਇੱਕ ਦਿਨ ਉਹ ਕੰਮ ਹੋ ਜਾਣਾ, ਸਹਿਜ ਦੇ ਵਿੱਚੋਂ ਹੀ ਹੋ ਜਾਣਾ, ਆਪਣੇ ਆਪ ਹੀ ਹੋ ਜਾਣਾ। ਸੋ ਇਸ ਕਰਕੇ ਪ੍ਰੈਕਟਿਸ ਦੇ ਨਾਲ ਜਦੋਂ ਅਸੀਂ ਅੱਗੇ ਵੱਧਦੇ ਹਾਂ ਤਾਂ ਕੌਨਫੀਡੈਂਸ ਆ, ਤੇ ਜਦੋਂ ਅਸੀਂ ਆਪਣੀ ਪ੍ਰੈਕਟਿਸ ਨਹੀਂ ਹੁੰਦੀ, ਆਪਣੀ ਮਿਹਨਤ ਨਹੀਂ ਹੁੰਦੀ, ਤੇ ਗੱਲਾਂ ਸਾਡੀਆਂ ਬੜੀਆਂ ਅਸਮਾਨ ਛੂਹਣ ਵਾਲੀਆਂ ਹੋ ਜਾਂਦੀਆਂ, ਬੜੀਆਂ ਉੱਚੀਆਂ ਹੋ ਜਾਂਦੀਆਂ, ਹੋਛੀਆਂ ਗੱਲਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ, ਹੋਛੀਆਂ, ਜਿਨ੍ਹਾਂ 'ਚ ਕੋਈ ਗਿਆਨ ਨਹੀਂ, ਜਿਨ੍ਹਾਂ 'ਚ ਕੋਈ ਪ੍ਰੈਕਟਿਸ ਨਹੀਂ ਹੈ, ਤੇ ਉਹ ਉਹਨਾਂ ਹੋਛੀਆਂ ਗੱਲਾਂ ਕਰਕੇ ਉਹਨੂੰ ਅਸੀਂ ਓਵਰ ਕੌਨਫੀਡੈਂਸ ਕਹਿ ਸਕਦੇ ਹਾਂ। ਤੇ ਓਵਰ ਕੌਨਫੀਡੈਂਸ ਕਦੇ ਨਹੀਂ ਹੋਣਾ ਚਾਹੀਦਾ। ਕੌਨਫੀਡੈਂਟ ਹੋ ਕੇ ਆਪਣੀ ਜ਼ਿੰਦਗੀ ਹੈ ਜਿਹੜੀ ਬੈਲੈਂਸ ਕੌਨਫੀਡੈਂਸ ਰੱਖਣਾ ਚਾਹੀਦਾ। ਧੰਨਵਾਦ ਜੀ। ਜੀ ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਤੇ ਮੈਮ ਮੇਰਾ ਕੁਐਸਚਨ ਇਹ ਸੀਗਾ ਕਿ ਸਰ ਨੇ ਇੱਥੇ ਸੀਗਾ ਵੀ ਸਾਨੂੰ 5 ਪੜਾਅ ਹੁੰਦੇ ਨੇ ਸਰ, ਉਹ ਕਿਹੜੇ ਹੁੰਦੇ ਨੇ 5 ਪੜਾਅ? ਹਾਂਜੀ, ਆਪਾਂ ਮੇਰੇ ਖਿਆਲ 'ਚ 5 ਪੜਾਅ ਦੀ ਗੱਲ ਨਹੀਂ, ਮੈਂ ਇਸ ਤਰ੍ਹਾਂ ਦੇ ਨਾਲ ਗੱਲ ਕਰੀ ਸੀ। ਇੱਕ ਸਰੀਰਕ, ਸਾਡੇ ਸਰੀਰਕ ਪੜਾਅ ਹੁੰਦੇ ਆ, ਤੇ ਇੱਕ ਸਾਡੇ ਮਾਨਸਿਕ ਪੜਾਅ ਹੁੰਦੇ ਆ। ਮਾਨਸਿਕ ਪੜਾਵਾਂ ਦਾ ਜੇਕਰ ਅਸੀਂ ਗੁਰਬਾਣੀ 'ਚ ਦੇਖਦੇ ਆ ਨਾ, ਜਿਵੇਂ ਆਪਾਂ ਇਹ ਗੱਲ ਕੀਤੀ ਨਹੀਂ, ਵੈਸੇ ਮੈਂ ਇੱਕ ਇਹ ਸਾਰੇ ਮਾਤਰ ਗੱਲ ਕਰਦੇ ਆ, ਜਿਵੇਂ ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਧਰਮ ਖੰਡ ਤੇ ਸੱਚ ਖੰਡ, ਇਹ 5 ਸਾਡੇ ਸੁਰਤ ਦੇ ਪੜਾਅ ਨੇ, ਮਤਲਬ ਮਾਨਸਿਕ ਵਿਕਾਸ ਦੇ ਪੜਾਅ ਨੇ। ਠੀਕ ਹੈ ਜੀ। ਪਹਿਲਾਂ ਅਸੀਂ ਗਿਆਨ ਲੈਂਦੇ ਹਾਂ, ਫਿਰ ਉਸ ਗਿਆਨ ਤੇ ਮਿਹਨਤ ਕਰਕੇ, ਸ਼ਰਮ ਮਤਲਬ ਮਿਹਨਤ ਕਰਨੀ, ਮਿਹਨਤ ਕਰਕੇ ਫਿਰ ਉਹਨੂੰ ਅਸੀਂ ਪ੍ਰੈਕਟੀਕਲੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ। ਜਦੋਂ ਅਸੀਂ ਪ੍ਰੈਕਟੀਕਲੀ ਲਾਗੂ ਕਰਦੇ ਹਾਂ, ਫਿਰ ਸਾਡਾ ਹਰ ਇੱਕ ਕੰਮ ਗਿਆਨ ਦੇ ਅਕੋਰਡਿੰਗ ਹੋ ਜਾਂਦਾ। ਹਾਂਜੀ, ਗਿਆਨ ਖੰਡ ਹੈ ਨਾ। ਤੇ ਫਿਰ ਉਸ ਤੋਂ ਬਾਅਦ ਸੱਚਖੰਡ, ਮਤਲਬ ਜਦੋਂ ਅਸੀਂ ਸੱਚ ਦਾ ਇੱਕ ਹਿੱਸਾ ਬਣ ਜਾਂਦੇ ਹਾਂ। ਇਹ ਸਾਡੇ ਸੁਰਤ ਦੇ ਖੰਡ ਨੇ, ਮਾਨਸਿਕ ਖੰਡ। ਠੀਕ ਹੈ ਸਰ। ਤੇ ਇਸੇ ਤਰ੍ਹਾਂ ਸਰੀਰ ਦੇ ਖੰਡ ਨੇ। ਸਰੀਰਕ ਖੰਡ 5 ਆ ਜਾਂਦੇ ਆ। ਪਹਿਲਾ ਸਾਡੀ ਗਰਭ ਅਵਸਥਾ, ਜਦੋਂ ਅਸੀਂ ਮਾਂ ਦੀ ਕੁੱਖ ਦੇ ਵਿੱਚ ਸੀਗੇ। ਦੂਜਾ ਬਚਪਨ, ਤੀਜਾ ਜਦੋਂ ਅਸੀਂ ਜਵਾਨ ਹੋਏ, ਚੌਥਾ ਜਦੋਂ ਅਸੀਂ ਬੁੱਢੇ ਹੋ ਜਾਣਾ, ਤੇ ਹਾਂਜੀ, 5ਵਾਂ ਜਦੋਂ ਅਸੀਂ ਮਰ ਜਾਣਾ, ਮੌਤ। ਠੀਕ ਹੈ ਜੀ। ਗਰਭ ਕਾਲ, ਬਚਪਨ, ਠੀਕ ਹੈ। ਜਵਾਨੀ, ਬੁਢੇਪਾ ਤੇ ਮੌਤ, ਇਹ ਸਾਡੇ 5 ਸਰੀਰ ਦੇ ਪੜਾਅ ਨੇ। ਇਹ ਗੱਲ ਕਰ ਰਹੇ ਸੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਮਹਿਕਦੀਪ ਕੌਰ ਜੀ, ਅਨਮਿਊਟ ਕਰੋ ਵਾਹਿਗੁਰੂ ਜੀ ਬੇਟਾ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਕੁਐਸਚਨ ਇਹ ਸੀਗਾ ਵੀ ਨਵਾਂਡਾ ਵਿੱਚ ਜਾਣੇ ਨਾਲ ਚੱਲੇ ਸਭ ਕੋਏ ਦਾ ਪੰਥਕੀ ਦਾ ਕੀ ਹੈ? ਹਾਂਜੀ ਹਾਂਜੀ, ਇਹ ਸਾਰਿਆਂ ਨੇ ਮਿਲ ਕੇ ਕਿ ਅੰਦਰ ਸਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਵਿੱਚ ਆਤਮ ਵਿਸ਼ਵਾਸ ਨਹੀਂ ਹੈ ਨਾ, ਜੇ ਅਸੀਂ ਖੁਦ ਦੀਆਂ ਨਜ਼ਰਾਂ 'ਚ ਬੇਈਮਾਨ, ਖੁਦ ਦੀ ਨਜ਼ਰ ਤਾਂ ਸ਼ੁਰੂ ਤੋਂ ਹੀ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਹੈ। ਕਈ ਵਾਰ ਇੰਨੀਆਂ ਘਟੀਆ ਹੁੰਦੀਆਂ, ਕਈ ਵਾਰ ਸਾਡੇ ਸੁਭਾਅ ਇੰਨਾ ਘਟੀਆ ਹੁੰਦਾ, ਕਈ ਵਾਰ ਸਾਡੇ ਕੰਮ ਇੰਨੇ ਘਟੀਆ ਹੁੰਦੇ ਆ, ਗਿਰੇ ਹੋਏ ਹੁੰਦੇ ਆ, ਕਿ ਸਾਨੂੰ ਖੁਦ ਤੋਂ ਸ਼ਰਮ ਆਉਣ ਲੱਗ ਜਾਂਦੀ ਆ। ਠੀਕ ਹੈ ਜੀ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਉੱਥੇ ਕਹਿੰਦੇ ਆ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਮਤਲਬ ਤੂੰ ਦੁਨੀਆ 'ਚ ਫੇਮਸ ਹੋ ਜੇ, ਸਾਰੀ ਦੁਨੀਆ ਤੇਰੇ ਨਾਲ ਚੱਲਦੀ ਹੋਵੇ। ਠੀਕ ਹੈ। ਤੇ ਸਾਰੀ ਦੁਨੀਆ ਤੇਰਾ ਜਸ ਗਾਉਂਦੀ ਹੋਵੇ, ਮਤਲਬ ਕੀਰਤੀ ਕਰਦੀ ਹੋਵੇ, ਤੇਰੀ ਵਡਿਆਈ ਕਰਦੀ ਹੋਵੇ। ਠੀਕ ਹੈ। ਤੇਰਾ ਨਾਮ ਬੜਾ ਬਣ ਜੇ, ਨੇਮ ਫੇਮ ਬਹੁਤ ਹੋ ਜੇ, ਪੈਸਾ ਬਹੁਤ ਹੋ ਜੇ, ਉਮਰ ਵੱਡੀ ਲੰਮੀ ਹੋ ਜੇ, ਪਰ ਸਭ ਕੁਝ ਹੋਣ ਦੇ ਬਾਵਜੂਦ ਜੇ ਖੁਦ ਦੀਆਂ ਨਜ਼ਰਾਂ 'ਚ ਤੂੰ ਬੇਈਮਾਨ ਆ, ਕੌਨਫੀਡੈਂਟ ਨਹੀਂ ਹੈਗਾ, ਤਾਂ ਤੂੰ ਕੀੜਿਆਂ ਦੇ ਅੰਦਰ ਦਾ ਕੀੜਾ। ਇਹ ਜਪਜੀ ਸਾਹਿਬ ਦੀ 7ਵੀਂ ਪੌੜੀ ਦਾ ਆਪਾਂ ਸੈਂਟਰ ਲੇਡੀ ਆ। ਧੰਨਵਾਦ ਜੀ। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਬੇਟਾ। ਹਾਂਜੀ ਬੋਲੋ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਵਾਹਿਗੁਰੂ ਜੀ, ਮੇਰੇ ਸੁਖਦੀਪ ਕੌਰ ਕੁਐਸਚਨ ਸੀ ਵੀ ਅਸੀਂ ਆਪਣੇ ਬੇਟਾ 2 ਆਵਾਜ਼ਾਂ ਆ ਰਹੀਆਂ। ਸੁਖਦੀਪ ਕੌਰ 2 ਮਿੰਟ ਰੁਕ ਜਾਓ, ਪਹਿਲਾਂ ਉਹ ਬੇਟੀ ਬੋਲ ਰਹੀ ਸੀ। ਮੈਮ ਜਿਵੇਂ ਅੰਕਲ ਜੀ ਨੇ ਕਿਹਾ ਨਾ ਵੀ ਇੱਕ ਮਤਲਬ ਜੇ ਆਪਾਂ ਮਤਲਬ ਤੁਹਾਡੀ ਆਵਾਜ਼ ਨਹੀਂ ਆ ਰਹੀ ਬੇਟਾ, ਕੱਟ ਕੇ ਆ ਰਹੀ ਹੈ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਜੀ।
ਹਾਂਜੀ ਮੈਮ ਮੈਂ ਕੁਐਸਚਨ ਪੁੱਛਣਾ ਚਾਹੁੰਦੀ ਸੀ ਸਰ ਤੋਂ ਵੀ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਕਿਵੇਂ ਕਰ ਸਕਦੇ ਹਾਂ? ਗੁੱਸੇ ਤੇ ਕੰਟਰੋਲ ਜੀ। ਹਾਂਜੀ ਹਾਂਜੀ, ਗੁੱਸੇ ਤੇ ਕੰਟਰੋਲ ਕਰਨਾ ਵੈਸੇ ਸੌਖਾ ਨਹੀਂ ਹੁੰਦਾ ਹਨਾ, ਪਰ ਮਤਲਬ ਮੁਸ਼ਕਲ ਵੀ ਕੋਈ ਚੀਜ਼ ਨਹੀਂ ਹੈ। ਗੁੱਸਾ ਸਾਡੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਗਹਿਰਾ ਹੁੰਦਾ ਹਨਾ। ਬਾਬਾ ਫਰੀਦ ਜੀ ਵੀ ਸਾਨੂੰ ਰੋਕਦੇ ਆ ਨਾ, ਜਦੋਂ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਹੰਢਾਈ। ਇੱਕ ਹੁੰਦਾ ਗੁੱਸਾ ਕਰਨਾ ਤੇ ਇੱਕ ਹੰਢਾਉਣਾ ਨਾ। ਮੈਂ ਥੋੜੇ ਸਮੇਂ ਦੀ ਗੱਲ ਸਮੇਟਦਾ। ਗੁੱਸਾ ਕਰਨਾ ਬਹੁਤ ਥੋੜੇ ਸਮੇਂ ਦੀ ਕਿਰਿਆ ਹੁੰਦੀ ਆ। ਮਤਲਬ ਸਾਡੇ ਛੋਟੇ ਭੈਣ ਭਰਾ ਨੇ ਘਰ ਦੇ ਵਿੱਚ ਕੋਈ ਸਾਡੀ ਚੀਜ਼ ਤੋੜਤੀ, ਕੋਈ ਕੀਮਤੀ ਚੀਜ਼ ਤੋੜਨਾ, ਜਾਂ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਸੀ ਉਹ ਤੋੜਤੀ, ਤੇ ਸਾਨੂੰ ਅਚਾਨਕ ਹੀ ਬਹੁਤ ਜ਼ਿਆਦਾ ਗੁੱਸਾ ਆਉਂਦਾ। ਬਹੁਤ ਗੁੱਸਾ ਅਸੀਂ ਕਰਦੇ ਹਾਂ, ਪਰ ਉਹ ਥੋੜੇ ਸਮੇਂ ਦੇ ਵਿੱਚ ਹੀ ਉਹ ਠੰਡਾ ਹੋ ਜਾਂਦਾ। ਤੇ ਇੱਕ ਉਹ ਗੁੱਸਾ ਹੁੰਦਾ ਜਿਹੜਾ ਪੀੜ੍ਹੀ ਦਰ ਪੀੜ੍ਹੀ ਹੰਢਾਇਆ ਜਾਂਦਾ। ਮਤਲਬ ਇੱਕ ਬਾਪੂ ਆਪਣੇ ਪੋਤੇ ਨੂੰ ਕਹਿ ਰਹੇ ਆ ਵੀ ਪੁੱਤ ਫਲਾਣੇ ਦੇ ਘਰ ਨਹੀਂ ਜਾਣਾ, ਤਾਂ ਫਲਾਣੇ ਨੂੰ ਬੁਲਾਉਣਾ ਨਹੀਂ। ਉਹ ਕਹਿੰਦਾ ਕਿਉਂ ਨਹੀਂ ਬੁਲਾਉਣਾ? ਉਹ ਕਹਿੰਦਾ ਆਪਣੇ ਦਾਦੇ ਪਹਿਲਾਂ ਤੋਂ ਨਹੀਂ ਬੋਲਦੇ ਉਹਨਾਂ ਨਾਲ। ਪੀੜ੍ਹੀ ਦਰ ਪੀੜ੍ਹੀ ਸਾਡੇ 'ਚ ਗੁੱਸੇ ਹੰਢਾਏ ਜਾ ਰਹੇ ਆ। ਦਾਦੇ ਨਹੀਂ ਸੀ ਬੋਲਦੇ, ਫਿਰ ਬਾਪੂ ਨਹੀਂ ਬੋਲੇ, ਫਿਰ ਅਸੀਂ ਨਹੀਂ ਬੋਲੇ, ਫਿਰ ਅਗਲੀ ਜਨਰੇਸ਼ਨ ਨੇ ਨਹੀਂ ਬੋਲਣਾ। ਏਦਾਂ ਇਹ ਗੁੱਸਾ ਹੰਢਾਇਆ ਜਾਂਦਾ ਤੇ ਉਹ ਬੰਦਾ ਸਾਰੀ ਜ਼ਿੰਦਗੀ ਨਫ਼ਰਤ ਪਾਲਦਾ ਰਹਿੰਦਾ। ਤੇ ਆਪਾਂ ਗੱਲ ਕਰੀਏ ਗੁੱਸਾ ਕੰਟਰੋਲ ਕਿਵੇਂ ਕੀਤਾ ਜਾ ਸਕਦਾ, ਤੁਸੀਂ ਨਾ ਇੱਕ ਜਵਾਬ ਦਿਓ। ਇਹ ਬੱਚੀ ਜਿਹੜੀ ਨੇ ਸਵਾਲ ਕੀਤਾ ਸੀ ਉਹਨੂੰ ਮਿਊਟ ਨਾ ਕਰਿਓ, ਕਿਰਪਾ ਕਰਕੇ ਅਨਮਿਊਟ ਰਹਿਣ ਦਿਓ। ਤੁਸੀਂ ਨਾ ਸਕੂਲ ਦੇ ਵਿੱਚ ਟੀਚਰ ਤੁਹਾਨੂੰ ਝਿੜਕ ਦਵੇ ਹਨਾ, ਟੀਚਰ ਜਦੋਂ ਤੁਹਾਡਾ ਹੋਮਵਰਕ ਪੂਰਾ ਨਹੀਂ ਹੁੰਦਾ ਤੇ ਟੀਚਰ ਕਹਿੰਦੀ ਹੈ ਵੀ ਤੁਹਾਡਾ ਹੋਮਵਰਕ ਪੂਰਾ ਨਹੀਂ, ਤੇ ਉਹ ਤੁਹਾਡੀ ਘਰ ਦੇ ਕਲਾਸ ਦੇ ਵਿੱਚ ਇਨਸਲਟ ਕਰਦੀ ਆ, ਕਲਾਸ ਦੇ ਵਿੱਚ ਤੁਹਾਨੂੰ ਝਿੜਕਦੇ ਆ ਹਨਾ, ਤਾਂ ਉਦੋਂ ਚੰਗਾ ਲੱਗਦਾ, ਗੁੱਸਾ ਆਉਂਦਾ ਕਿ ਨਹੀਂ ਆਉਂਦਾ? ਹਾਂਜੀ ਬੋਲਿਓ ਬੱਚੇ। ਜਦੋਂ ਹੋਮਵਰਕ ਪੂਰਾ ਨਹੀਂ ਹੁੰਦਾ ਤੇ ਕਲਾਸ ਦੇ ਵਿੱਚ ਟੀਚਰ ਝਿੜਕਦੇ ਆ, ਉਦੋਂ ਚੰਗਾ ਲੱਗਦਾ ਜਾਂ ਬੁਰਾ ਲੱਗਦਾ? ਹਾਂਜੀ ਬੁਰਾ ਵੀ ਲੱਗਦਾ, ਚੰਗਾ ਵੀ। ਟੀਚਰ ਨੇ ਗਲਤੀ ਦੱਸੀ ਹੈ ਪਰ ਬੁਰਾ ਲੱਗਦਾ ਆ। ਅੱਛਾ, ਉਹਦੀ ਗੁੱਸਾ ਆਉਂਦਾ। ਦੇਖੋ ਇਹ ਧਿਆਨ ਦਿਓ, ਜਦੋਂ ਚੰਗਾ ਲੱਗਦਾ ਉਦੋਂ ਕਦੇ ਗੁੱਸਾ ਨਹੀਂ ਆਉਂਦਾ ਸਾਨੂੰ। ਗੁੱਸਾ ਉਦੋਂ ਆਉਂਦਾ ਜਦੋਂ ਬੁਰਾ ਲੱਗਦਾ। ਹਾਂਜੀ ਠੀਕ ਹੈ ਜੀ। ਉਦੋਂ ਅੰਦਰ ਗੁੱਸਾ ਆ ਰਿਹਾ, ਪਰ ਕੀ ਅਸੀਂ ਉਹ ਗੁੱਸਾ ਉਦੋਂ ਟੀਚਰ ਤੇ ਕੱਢ ਦਿੰਦੇ ਆ? ਕੀ ਅਸੀਂ ਏਦਾਂ ਕਰਦੇ ਹਾਂ ਵੀ ਟੀਚਰ ਨੂੰ ਉਦੋਂ ਕੋਈ ਗਾਲੀ ਗਲੋਚ ਕਰਨ ਲੱਗ ਗਏ, ਜਾਂ ਟੀਚਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰਤਾ, ਜਾਂ ਟੀਚਰ ਦੇ ਅਸੀਂ ਥੱਪੜ ਮਾਰਤਾ? ਏਦਾਂ ਹੋਇਆ ਕਦੇ? ਨਹੀਂ ਹੁੰਦਾ, ਬਹੁਤ ਵਾਰ ਨਹੀਂ ਹੁੰਦਾ। ਗੁੱਸਾ ਆਇਆ ਪਰ ਗੁੱਸੇ ਨੂੰ ਅਸੀਂ ਕੰਟਰੋਲ ਕਰ ਲਿਆ। ਦੇਖੋ ਇੱਕ ਕਲਾਸਰੂਮ ਦੇ ਵਿੱਚੋਂ ਸਾਨੂੰ ਮੈਸੇਜ ਮਿਲ ਰਿਹਾ ਨਾ, ਗੁੱਸਾ ਆਇਆ ਜ਼ਰੂਰ ਸੀ ਪਰ ਗੁੱਸੇ ਨੂੰ ਅਸੀਂ ਕੰਟਰੋਲ ਕਰ ਲਿਆ। ਕਿਉਂ? ਕਿਉਂਕਿ ਸਾਨੂੰ ਪਤਾ ਵੀ ਟੀਚਰ ਨੇ ਸਾਡੇ ਸਰਟੀਫਿਕੇਟ ਤੇ ਲਾਲ ਲਾਈਨ ਲਾ ਦੇਣੀ ਆ, ਜਾਂ ਮੈਨੂੰ ਇੱਥੋਂ ਰੈਸਟੀਗੇਟ ਕਰ ਦੇਣਾ। ਉਹ ਰਿਜ਼ਲਟ ਸਾਡੇ ਸਾਹਮਣੇ ਆ। ਜੇ ਅਸੀਂ ਸਿਹਤ ਦਾ, ਹੈਲਥ ਦਾ ਰਿਜ਼ਲਟ ਆਪਣੇ ਸਾਹਮਣੇ ਰੱਖ ਲਵਾਂਗੇ ਤਾਂ ਗੁੱਸਾ ਕਦੇ ਆ ਹੀ ਨਹੀਂ ਸਕਦਾ। ਕਿਉਂਕਿ ਬਾਬਾ ਫਰੀਦ ਜੀ ਨੇ ਕਿਹਾ ਨਾ, ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗੇ। ਜੇ ਗੁੱਸਾ ਨਹੀਂ ਕਰਾਂਗੇ ਤਾਂ ਕੋਈ ਵੀ ਸਰੀਰ ਦਾ ਰੋਗ, ਸਾਡਾ ਬੀਪੀ ਕਦੇ ਹਾਈ ਨਹੀਂ ਹੁੰਦਾ ਹੈ ਨਾ। ਬੀਪੀ ਹਾਈ ਤੋਂ 65% ਬਿਮਾਰੀਆਂ ਲੱਗਦੀਆਂ, ਮੈਡੀਕਲ ਸਾਇੰਸ ਕਹਿੰਦੀ ਆ। ਸੋ ਇਸ ਕਰਕੇ ਜਦੋਂ ਸਿਹਤ ਸਾਡੇ ਸਾਹਮਣੇ ਆ ਵੀ ਇਹ ਸਰੀਰ ਜਿਹੜਾ ਮੈਨੂੰ ਇੱਕ ਵਾਰ ਮਿਲਿਆ, ਇਹਨੂੰ ਮੈਂ ਬੜਾ ਸੋਹਣਾ ਬਣਾ ਕੇ ਰੱਖਣਾ, ਜਦੋਂ ਅਸੀਂ ਸਿਹਤ ਵੱਲ ਧਿਆਨ ਕੇਂਦਰਿਤ ਕਰਦੇ। ਠੀਕ ਹੈ ਜੀ ਬੱਚੇ? ਹਾਂਜੀ ਵਾਹਿਗੁਰੂ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਪੁੱਤ। ਮੈਮ ਸਭ ਤੋਂ ਪਹਿਲਾਂ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਮ ਮੇਰਾ ਕੁਐਸਚਨ ਹੈ, ਜਿਵੇਂ ਕਿ ਆਪਾਂ ਸਟੇਜ ਤੇ ਜਾਂਦੇ ਹਾਂ, ਕੁਝ ਬੋਲਣਾ ਹੋਵੇ, ਆਪਾਂ ਨੂੰ ਡਰ ਲੱਗਦਾ ਕਿ ਮੈਂ ਇਹ ਬੋਲ ਪਾਊਂਗਾ ਕਿ ਨਹੀਂ, ਇਹ ਡਰ ਨੂੰ ਆਪਾਂ ਕਿਵੇਂ ਭਜਾ ਸਕਦੇ ਹਾਂ? ਹਾਂ, ਇਹ ਡਰ ਸਾਨੂੰ ਨਾ ਉਦੋਂ ਹੀ ਲੱਗਦਾ ਜਦੋਂ ਸਾਡੇ 'ਚ ਕੌਨਫੀਡੈਂਸ ਨਹੀਂ ਹੁੰਦਾ, ਜਦੋਂ ਅਸੀਂ ਆਤਮ ਵਿਸ਼ਵਾਸੀ ਦੇ ਨਾਲ ਸਟੇਜ ਦੇ ਉੱਪਰ ਚੜਾਂਗੇ ਨਾ ਪੁੱਤ, ਫਿਰ ਉਦੋਂ ਇਹ ਡਰ ਨਹੀਂ ਲੱਗਦਾ। ਜਿਵੇਂ ਤੁਸੀਂ ਦੇਖੋ, ਜੋ ਪਰਫਾਰਮੈਂਸ ਅਸੀਂ ਕਰ ਰਹੇ ਹਾਂ ਨਾ, ਜਿਵੇਂ ਕੋਈ ਡਾਂਸਰ ਹੁੰਦਾ ਜਾਂ ਕੋਈ ਸਿੰਗਰ ਆ, ਉਹ ਜਦੋਂ ਵੀ ਕੋਈ ਪਰਫਾਰਮੈਂਸ ਕਰਕੇ ਉਹਦੇ ਵਿੱਚੋਂ ਵਧੀਆ ਰਿਵਾਰਡ ਲੈ ਕੇ ਲੋਕਾਂ ਦੇ ਵਿੱਚ ਵਿਚਰਦਾ ਨਾ, ਜਦੋਂ ਜੱਜ ਕਹਿੰਦੇ ਆ ਵੀ ਹਾਂ ਤੂੰ ਇੰਨਾ ਵਧੀਆ ਕਿਵੇਂ ਕੀਤਾ, ਵੀ ਤੂੰ ਫਸਟ ਆ ਗਿਆ, ਸੈਕਿੰਡ ਆ ਗਿਆ, ਥਰਡ ਆ ਗਿਆ, ਤੇਰੀ ਪਰਫਾਰਮੈਂਸ ਇੰਨੀ ਵਧੀਆ ਕਿਵੇਂ ਹੋ ਗਈ, ਤਾਂ ਉਹ ਜਿਹੜਾ ਪਰਫਾਰਮਰ ਹੁੰਦਾ ਨਾ, ਉਹ ਪਾਰਟੀਸਪੇਟ ਸੀ, ਆਪਣੇ ਆਪ 'ਚ ਮਸਤ ਹੋ ਗਿਆ ਸੀ, ਮੈਂ ਇੰਨਾ ਵਧੀਆ ਤਾਂ ਕਰ ਗਿਆ। ਮਤਲਬ ਉਹ ਭਵਿੱਖ ਤੇ
ਪਾਸਟ, ਇਹਨਾਂ ਦੋਨਾਂ ਚੀਜ਼ਾਂ ਨੂੰ ਛੱਡ ਚੁੱਕਿਆ ਹੁੰਦਾ। ਉਹ ਆਪਣੀ ਜੋ ਮੇਰੀ ਕਲਾ ਗਈ ਨਾ, ਜੋ ਮੈਂ ਕਰ ਰਿਹਾ ਉਹਦੇ ਨਾਲ ਇੰਨਾ ਇੱਕਮਿਕ ਹੋ ਜਾਂਦਾ ਵੀ ਉਹਨੂੰ ਨਾ ਤਾਂ ਆਉਣ ਵਾਲੇ ਸਮੇਂ ਦਾ ਨਾ ਬੀਤ ਚੁੱਕੇ ਸਮੇਂ ਦਾ, ਮਤਲਬ ਪਾਸਟ ਤੇ ਪ੍ਰੈਜ਼ੈਂਟ ਉਹਦੇ ਉੱਪਰ ਆਉਂਦੇ ਹੀ ਨਹੀਂ, ਪਾਸਟ ਤੇ ਫਿਊਚਰ ਦਾ ਅਸਰ ਨਹੀਂ ਹੁੰਦਾ ਉਹਦੇ ਤੇ। ਇਹ ਗੱਲ ਬੜੇ ਧਿਆਨ ਦੇ ਨਾਲ ਸਮਝ ਆ ਸਕਦੀ ਆ। ਸੋ ਜੋ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਖੁੱਭ ਜਾਂਦੇ ਹਾਂ, ਉਹਦੇ ਵਿੱਚ ਗੁੜ ਜਾਂਦੇ ਹਾਂ, ਠੀਕ ਹੈ, ਉਹਨੂੰ ਆਪਣੀ ਰੁਚੀ ਬਣਾ ਲੈਂਦੇ ਹਾਂ ਚੰਗੀ ਤਰ੍ਹਾਂ, ਤਾਂ ਫਿਰ ਅਸੀਂ ਉਹਨੂੰ ਬੜਾ ਯਤਨਸ਼ੀਲ ਹੋ ਕੇ ਕਰਦੇ ਹਾਂ ਤੇ ਫਿਰ ਸਾਨੂੰ ਕੋਈ ਡਰ ਨਹੀਂ ਲੱਗਦਾ। ਠੀਕ ਹੈ ਜੀ। ਡਰ ਉਦੋਂ ਲੱਗਦਾ ਜਦੋਂ ਅਸੀਂ ਉਹਦੇ ਫਿਊਚਰ ਬਾਰੇ ਸੋਚਦੇ ਹਾਂ ਜਾਂ ਉਹਦੇ ਪਾਸਟ ਬਾਰੇ ਸੋਚਦੇ ਹਾਂ। ਮੇਰੇ ਤੋਂ ਉੱਥੇ ਪਹਿਲਾਂ ਜਦੋਂ ਪ੍ਰੈਕਟਿਸ ਕੀਤੀ ਉਦੋਂ ਗਲਤ ਹੋ ਗਿਆ ਸੀ, ਜੇ ਗਲਤ ਹੋ ਗਿਆ ਤਾਂ ਬਾਅਦ ਦੇ ਵਿੱਚ ਟੀਚਰ ਮੈਨੂੰ ਝਿੜਕਣ ਨਾਲ ਮੈਂ ਫਿਊਚਰ ਚੱਲਿਆ ਗਿਆ ਨਾ। ਜਦੋਂ ਏਦਾਂ ਅਸੀਂ ਪਾਸਟ ਤੇ ਫਿਊਚਰ ਦੇ ਵਿੱਚ ਵਿਚਰਦੇ ਰਹਿੰਦੇ ਆ, ਉਦੋਂ ਅਸੀਂ ਡਰਦੇ ਹਾਂ। ਤੇ ਜਦੋਂ ਅਸੀਂ ਸੈਲਫ ਕੌਨਫੀਡੈਂਸ ਨਾਲ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਆਪਣੀ ਕਲਾ ਨੂੰ ਨਿਖਾਰਨ ਦੇ ਵਿੱਚ ਰੁਚੀ ਦਿਖਾਵਾਂਗੇ, ਫਿਰ ਅਸੀਂ ਸਟੇਜ ਦੇ ਉੱਪਰ ਕਦੇ ਡਰਾਂਗੇ ਨਹੀਂ। ਹਾਂਜੀ ਬੱਚੇ, ਬਹੁਤ ਬਹੁਤ ਧੰਨਵਾਦ ਜੀ। ਸੋ ਸਾਰਿਆਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਬਹੁਤ ਧੰਨਵਾਦ। ਹਾਂਜੀ ਭਾਈ ਅਮਰਜੀਤ ਸਿੰਘ ਮੰਗੇਵਾਲ ਜਿਨ੍ਹਾਂ ਨੇ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਬੱਚਿਆਂ ਨੂੰ ਵਧੀਆ ਸੋਹਣੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਇੱਥੇ ਹੀ ਸਮੇਂ ਦੀ ਸਮਾਪਤੀ ਹੈ ਜੀ। ਕੱਲ ਨੂੰ ਫਿਰ ਜੁੜਦੇ ਆ 4 ਵਜੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਕਾ ਫਤਿਹ। ਖਾਲਸਾ ਫਤਿਹ।